ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਦਾ ਬਹੁਤ-ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਸਾਡਾ ਹਫ਼ਤਾਵਾਰੀ ਪ੍ਰੋਗਰਾਮ ਪਿਛਲੇ ਹਫ਼ਤੇ ਕੁਝ ਕਾਰਨਾਂ ਕਰਕੇ ਅਸੀਂ ਪ੍ਰੋਗਰਾਮ ਨਹੀਂ ਸੀ ਕਰ ਸਕੇ। ਸੋ ਉਹਦੇ ਤੋਂ ਬਾਅਦ ਜੋ ਕੁਝ ਵੀ ਗੱਲਾਂ ਦੁਨੀਆ ਦੇ ਵਿੱਚ ਹੋ ਰਹੀਆਂ, ਖਾਸ ਕਰਕੇ ਯੂਕੇ ਦੇ ਵਿੱਚ, ਕਿਉਂਕਿ ਯੂਕੇ ਦੇ ਵਿੱਚ ਮਹਾਰਾਣੀ ਐਲਿਜ਼ਾਬੈਥ II ਦੀ ਦੇਹਾਂਤ ਤੋਂ ਬਾਅਦ ਆਪਣੇ ਕੋਲ ਨਵਾਂ ਕਿੰਗ ਚਾਰਲਸ III ਤੇ ਨਵਾਂ ਪ੍ਰਾਈਮ ਮਿਨਿਸਟਰ। ਸੋ ਨਵੀਆਂ ਚੀਜ਼ਾਂ ਹੋਈਆਂ ਵੇ। ਪ੍ਰਾਈਮ ਮਿਨਿਸਟਰ ਨੂੰ ਵੀ ਬਹੁਤੀ ਦੇਰ ਨਹੀਂ ਹੋਈ, ਸ਼ੀ ਵਾਸ ਸਟਿਲ ਰਨਿੰਗ ਅਰਾਊਂਡ, ਤਾਂ ਇੱਧਰ ਹੋ ਗਿਆ ਉੱਧਰ ਹੋ ਗਿਆ, ਇਹ ਗੱਲਾਂ ਜਿਹੜੀਆਂ ਹੋਣ ਰਹੀਆਂ ਸੀ। ਤੇ ਇਸੇ ਤਰ੍ਹਾਂ ਚਾਂਸਲਰ ਵੀ ਨਵਾਂ ਆਇਆ। ਸੋ ਚਾਂਸਲਰ ਨੇ ਆਉਂਦੇ ਨੇ ਹੁਣ ਇਹ ਦੇਖਿਆ ਹੈਗਾ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਆਪਣੇ ਕੈਂਪੇਨ ਦੇ ਵਿੱਚ ਜਿਹੜੇ ਨਵਾਂ ਪ੍ਰਾਈਮ ਮਿਨਿਸਟਰ ਲਿਜ਼ ਟਰਸਟ ਬਣੀ ਹੈ, ਉਹਨੇ ਇਹ ਕਿਹਾ ਸੀ ਮੈਂ ਟੈਕਸ ਕਟਾਂਗੀ, ਮੈਂ ਆਹ ਕਰਾਂਗੀ ਉਹ ਕਰਾਂਗੀ। ਸੋ ਜੋ ਕੁਛ ਉਹ ਕਿਹਾ ਉਹਨੇ ਥੋੜ੍ਹਾ ਜਿਹਾ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹ ਵਿਵਾਦ ਸਮਝ ਲਓ ਕਿ ਜਦ ਤੱਕ ਦਾ ਇਹ ਮਿਨੀ ਬਜਟ ਸ਼ੁੱਕਰਵਾਰ ਨੂੰ ਆਇਆ, ਉਸ ਤੋਂ ਬਾਅਦ ਇਹ ਹਾਲੇ ਠੰਡਾ ਨਹੀਂ ਪਿਆ ਹੈ। ਪਰ ਉਸ ਟੈਕਸ ਕੱਟ ਦੇ ਨਾਲ ਬੜਾ ਕੁਛ ਆਲੇ ਦੁਆਲੇ ਹਫੜਾ ਦਫੜੀ ਜਿਹੀ ਮਚੀ ਹੈ। ਤੇ ਲੇਬਰ ਪਾਰਟੀ ਦੀ ਕਾਨਫਰੰਸ ਵੀ ਚੱਲ ਰਹੀ ਹੈ। ਉੱਥੇ ਦੀ ਵੀ ਜਿਹੜੀ ਸ਼ੈਡੋ ਚਾਂਸਲਰ ਹੈ ਰੇਚਲ ਰੀਵਜ਼, ਉਹਨੇ ਵੀ ਇਹਦੇ ਤੇ ਕਮੈਂਟ ਕੀਤਾ ਹੈਗਾ। ਇਹ ਤੇ ਥੋੜ੍ਹੀ ਬਹੁਤੀਆਂ ਗੱਲਾਂ ਕਰਦੇ ਆ। ਤੇ ਆਓ ਅੱਜ ਡਾਕਟਰ ਬਲਦੇਵ ਜੀ ਕੰਦੋਲਾ ਮੇਰੇ ਨਾਲ ਨੇ, ਤੇ ਅਸੀਂ ਦੋਨੋਂ ਹੀ ਅੱਜ ਪ੍ਰੋਗਰਾਮ ਕਰ ਰਹੇ ਹਾਂ। ਕਿਉਂਕਿ ਕੁਲਦੀਪ ਸਿੰਘ ਜੀ ਹੁਣੀ ਤੁਹਾਨੂੰ ਪਤਾ ਹੀ ਹੈ ਕਿ ਲੇਬਰ ਪਾਰਟੀ ਦੇ ਕਾਉਂਸਲਰ ਹੈ, ਉਹ ਕਾਨਫਰੰਸ ਤੇ ਗਏ ਹੋਏ ਆ ਤੇ ਉਹ ਉੱਥੋਂ ਸਾਡੇ ਨਾਲ ਗੱਲਬਾਤ ਨਹੀਂ ਸੀ ਕਰ ਸਕਦੇ। ਸੋ ਚਲੋ ਬਲਦੇਵ ਜੀ, ਬਹੁਤ ਬਹੁਤ ਸਵਾਗਤ ਹੈ, ਬਹੁਤ ਬਹੁਤ ਧੰਨਵਾਦ। ਤੇ ਹੋਪਫੁਲੀ ਤੁਹਾਡਾ ਪਿਛਲਾ ਹਫ਼ਤਾ ਬਹੁਤ ਵਧੀਆ ਲੰਘਿਆ ਹੋਵੇਗਾ ਤੇ ਇਸ ਹਫ਼ਤੇ ਦੇ ਵਿੱਚ ਵੀ ਤੁਸੀਂ ਪੂਰੇ ਖੇੜੇ ਦੇ ਵਿੱਚ ਹੋਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਪਾਂ ਦੋ ਹੀ ਰਹਿ ਗਏ ਅੱਜ ਤਾਂ। ਨਹੀਂ, ਠੀਕ ਆ। ਸੋ ਜਿਹੜੀ ਮੈਂ ਗੱਲ ਬਲਦੇਵ ਜੀ ਕਹੀ ਆ, ਚਲੋ ਕੁਈਨ ਤਾਂ ਸਾਨੂੰ ਵਿਛੋੜਾ ਦੇਗੀ, ਤੇ ਉਸ ਤੋਂ ਬਾਅਦ ਇਹ ਨਵਾਂ ਪ੍ਰਾਈਮ ਮਿਨਿਸਟਰ ਤੇ ਨਵੀਂ ਕੈਬਨਿਟ ਜੋ ਕੁਝ ਵੀ ਹੁਣ ਸਾਹਮਣੇ ਆਪਣੇ ਆਇਆ ਹੈਗਾ, ਤੇ ਜਿਹੜਾ ਚਾਂਸਲਰ ਹੈਗਾ ਕੁਆਟਿੰਗ, ਤੇ ਉਹਨੇ ਮਤਲਬ ਨਵਾਂ ਆਪਣਾ ਮਿਨੀ ਬਜਟ ਜਿਹੜਾ ਉਹ ਪੇਸ਼ ਕੀਤਾ, ਜਿਹਦੇ ਵਿੱਚ ਉਹਨੇ ਜਿਹੜਾ ਲੋ ਟੈਕਸ ਸੀਗਾ ਉਹ 20% ਤੋਂ 19% ਤੱਕ ਲੈ ਆਂਦਾ, ਤੇ ਦੂਸਰੀ ਜਿਹੜੀ ਹਾਇਰ ਟੈਕਸ ਸੀਗਾ ਉਹ 42% ਵੀ ਦੇ ਉੱਤੇ ਸੀ, ਉਹ ਵੀ ਇੱਕ ਦੱਸ ਦਿੱਤਾ ਕਿ ਉਹ 40% ਹੀ ਹੋਵੇਗਾ। ਇਹਦੇ ਨਾਲ ਕਾਫੀ ਹਫੜਾ ਦਫੜੀ ਮਚੀ ਹੈ। ਤੇ ਤੁਹਾਨੂੰ ਪਤਾ ਵੀ ਇਸ ਵੇਲੇ ਕਾਸਟ ਆਫ ਲਿਵਿੰਗ ਕਾਫੀ ਸਿਖਰਾਂ ਤੇ ਹੈ, ਤੇ ਜਿਹੜੇ ਆਪਣੇ ਬਿੱਲ ਹੈਗੇ ਆ ਉਹ ਵੀ। ਤੇ ਇਹ ਸਾਰੇ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈਗਾ ਕਿ ਟੈਕਸ ਕੱਟ ਦੇ ਨਾਲ ਤੇ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਾਂਗੇ, ਤੇ ਇਕਨੋਮੀ ਜਿਹੜੀ ਆ ਉਹ ਵਧੇਗੀ ਜਾਂ ਨਹੀਂ ਵਧੇਗੀ। ਤੇ ਇਹ ਲੇਬਰ ਪਾਰਟੀ ਦੇ ਜਿਹੜੇ ਕਮੈਂਟਸ ਆ ਪਿਛਲੇ ਦਿਨਾਂ ਦੇ ਵਿੱਚ ਆਏ, ਉਹਦੇ ਤੇ ਫਿਰ ਗੱਲ ਕਰਦੇ। ਤੇ ਤੁਸੀਂ ਇਸ ਸਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਨਵੀਂ ਗਵਰਨਮੈਂਟ ਨੇ ਆ ਕੇ ਇਹ ਜਿਹੜੀ ਇੱਕ ਹੜਚਲ ਜਿਹੜਾ ਉਹਨਾਂ ਨੇ ਕਰਜ਼ਾ ਹੋਰ ਚੁੱਕਿਆ ਹੈਗਾ, ਉਹ ਕਰਜ਼ੇ ਦੇ ਵੀ ਜਿਹੜੇ ਫਿਗਰ ਹੈਗੇ ਆ ਉਹ ਵੀ ਹੈਗਾ ਦਾ ਹਾਈਐਸਟ ਸਿੰਸ 1997 ਸਮਥਿੰਗ ਲਾਈਕ ਦੈਟ। ਤੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ, ਤੇ ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਸਰਦੂਲ ਜੀ, ਬਹੁਤ ਬਹੁਤ ਧੰਨਵਾਦ। ਗੱਲ ਤਾਂ ਇਹ ਹੈ ਕਿ ਭਈ ਦੇਖੋ, ਅਸੀਂ ਅਰਥ ਸ਼ਾਸਤਰੀ ਤਾਂ ਹੈ ਨਹੀਂਗੇ, ਲੇਕਿਨ ਜਿਹੜੇ ਸਿੰਪਲ ਸਵਾਲ ਕੱਢਣੇ ਹੁੰਦੇ ਆ ਉਹਦੇ ਲਈ ਤੁਹਾਨੂੰ ਅਰਥ ਸ਼ਾਸਤਰੀ ਬਣਨ ਦੀ ਕੋਈ ਲੋੜ ਨਹੀਂ ਹੈਗੀ। ਹਰ ਇੱਕ ਬੰਦਾ ਆਪੋ ਆਪਣੇ ਘਰ ਦੀ ਜਿਹੜੀ ਇਕਨੋਮੀ ਹੈਗੀ ਆ ਉਹਨੂੰ ਰਨ ਕਰਦਾ। ਉਹ ਇਹ ਦੇਖਦਾ ਕਿ ਵੀ ਮੇਰੀ ਆਮਦਨ ਕਿੰਨੀ ਆ ਤੇ ਮੈਂ ਖਰਚਾ ਕਿੰਨਾ ਕਰਨਾ, ਤੇ ਉਹਦੇ ਤੋਂ ਫਿਰ ਉਹ ਫੈਸਲਾ ਕਰਦਾ ਕਿ ਕੀ ਮੇਰੇ ਕੋਲ ਗੁੰਜਾਇਸ਼ ਹੈਗੀ ਆ ਕਿ ਮੈਂ ਜ਼ਿਆਦਾ ਚੀਜ਼ਾਂ ਤੇ ਖਰਚਾ ਕਰ ਸਕਾਂ, ਕਿਉਂਕਿ ਮੇਰੀ ਆਮਦਨ ਤਾਂ ਘੱਟ ਹੈਗੀ। ਹੁਣ ਇਹਨਾਂ ਨੇ ਕੀ ਕੀਤਾ ਹੈਗਾ, ਨਵੀਂ ਸਰਕਾਰ ਜਿਹੜੀ ਆ, ਤੁਹਾਨੂੰ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਟਰੱਸ ਜਿਹੜੀ ਸੀ ਉਹ ਇਹ ਕਹਿੰਦੀ ਸੀ ਕਿ ਮੈਂ ਜਿਹੜੇ ਟੈਕਸ ਹੈਗਾ ਉਹਨੂੰ ਘਟਾਉਂਗੇ, ਤੇ ਉਹ ਬਿਲਕੁਲ ਇਹਨੇ ਘਟਾਇਆ ਵੀ ਹੈਗਾ। ਤੇ ਇਹ ਸਮਝ ਨਹੀਂ ਆ ਰਹੀ ਕਿ ਜਿਹੜੀ ਹੁਣ ਜਿਹੜੀ ਐਨਰਜੀ ਦੀ ਕਾਸਟ ਆ, ਆਪਣੇ ਜਿਹੜੇ ਬਿੱਲ ਆ ਉਹ ਤਿੱਗਣੇ ਚੌਗਣੇ ਹੋ ਗਏ ਆ। ਅੱਛਾ, ਫਿਰ ਉਹ ਕਹਿ ਰਹੀ ਆ ਕਿ ਬਈ ਅਸੀਂ ਹਰ ਇੱਕ ਘਰ ਨੂੰ ਪੈਸੇ ਦੇਵਾਂਗੇ, ਘਟਾਵਾਂਗੇ, ਉਹ ਬਿੱਲ ਜਿਹੜਾ ਆ ਰਿਹਾ ਹੈਗਾ ਉਹਨੂੰ ਘਟਾਵਾਂਗੇ। ਔਰ ਦੂਸਰੇ ਪਾਸੇ ਇਹ ਕਹਿ ਰਹੀ ਆ ਕਿ ਜਿਹੜੀ ਸਰਕਾਰ ਦੀ ਆਮਦਨ ਹੈਗੀ ਹੈ, ਜਿਹੜੀ ਉਹ ਟੈਕਸ ਤੋਂ ਆਮਦਨ ਆਉਂਦੀ ਆ, ਉਹਨੂੰ ਵੀ ਅਸੀਂ ਘਟਾਵਾਂਗੇ। ਮਤਲਬ ਕਿ
ਅਸੀਂ ਆਪਣਾ ਖਰਚਾ ਵਧਾ ਰਹੇ ਹਾਂ, ਲੇਕਿਨ ਉਹਦੇ ਨਾਲ ਜਿਹੜੀ ਆਮਦਨ ਆ ਉਹਨੂੰ ਅਸੀਂ ਘਟਾ ਰਹੇ ਹੈਗੇ ਆ। ਤੇ ਗੱਲ ਇਹ ਆਉਂਦੀ ਆ ਕਿ ਬਈ ਉਹ ਜਿਹੜਾ ਘਾਟਾ ਆ ਉਹ ਪੂਰਾ ਤੁਸੀਂ ਕਿਸ ਤਰ੍ਹਾਂ ਕਰਨਾ, ਕਿੱਥੋਂ ਪੈਸੇ ਹੂੰ, ਆਉਣੇ ਹੈਗੇ ਆ। ਅੱਛਾ, ਉਹਦੇ ਤੇ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਜੀ ਅਸੀਂ ਜਿਹੜਾ ਆ ਇਹ ਘਾਟਾ ਪੂਰਾ ਕਰਨ ਦੇ ਲਈ ਕਰਜ਼ਾ ਚੱਕਾਂਗੇ। ਅੱਛਾ, ਹੂੰ, ਕਰਜ਼ਾ ਕਿਹੜਾ ਹੈਗਾ, ਸਮਾਨੋਂ ਪੈਸੇ ਡਿੱਗਦੇ ਹੈਗੇ ਆ, ਉਹ ਕਰਜ਼ਾ ਕਿਸੇ ਨਾ ਕਿਸੇ ਤਰ੍ਹਾਂ ਤਾਂ ਮੋੜਨਾ ਪੈਣਾ ਹੀ ਆ। ਤੇ ਹੂੰ, ਅੱਛਾ, ਉਹ ਜਿਹੜੀ ਆ ਸਿੰਪਲ ਜਿਹੜਾ ਪ੍ਰਾਇਮਰੀ ਸਕੂਲ ਦਾ ਸਵਾਲ ਆ, ਮੇਰੇ ਤੋਂ ਤਾਂ ਉਹ ਹੀ ਨਹੀਂ ਠੀਕ ਆਉਂਦਾ ਕਿ ਬਈ ਜਿਹੜੇ ਆ ਖਰਚੇ ਵਧਾ ਦਿਓ ਤੇ ਆਮਦਨ ਘਟਾ ਦਿਓ ਤੇ ਉਹ ਜਿਹੜਾ ਕਾਪਾ ਪੂਰਾ ਹੋਊ, ਉਹ ਕਾਪਾ ਜਿਹੜਾ ਪੂਰਾ ਉਹ ਤੁਸੀਂ ਕਿਸ ਤਰ੍ਹਾਂ ਕਰਨਾ ਹੈਗਾ। ਇਹ ਅਜੇ ਤੱਕ ਮੈਨੂੰ ਤਾਂ ਸਮਝ ਨਹੀਂ ਆਇਆ, ਜੇ ਤੁਹਾਨੂੰ ਆਇਆ ਹੋਵੇ ਤਾਂ ਤੁਸੀਂ ਦੱਸ ਦਿਓ। ਔਰ ਇਹਦੇ 'ਚ ਕੋਈ ਹੈਰਾਨੀ ਨਹੀਂ ਹੈਗੀ ਕਿ ਜਿਹੜੀ ਪੌਂਡ ਆ ਆਪਣਾ, ਉਹਦਾ ਅੰਤਰਰਾਸ਼ਟਰੀ ਮਾਰਕੀਟ ਦੇ ਉੱਤੇ ਬੁਰਾ ਹਾਲ ਆ। ਔਰ ਡਾਲਰ ਦੇ ਮੁਕਾਬਲੇ ਤੇ ਇਹਦੀ ਕੀਮਤ ਜਨਵਰੀ ਦੇ ਵਿੱਚ ਬਹੁਤ ਜ਼ਿਆਦਾ ਸੀ। 1 ਹੂੰ, ਪੌਂਡ ਦੇ ਤੁਹਾਨੂੰ $1 ਤੇ 30 ਸੈਂਟ ਦੇ ਨੇੜੇ-ਤੇੜੇ ਤੁਹਾਨੂੰ ਮਿਲ ਜਾਂਦੇ ਸੀਗੇ ਜਦੋਂ ਤੁਸੀਂ ਐਕਸਚੇਂਜ ਕਰਦੇ ਸੀ। ਹੁਣ ਆਲਮੋਸਟ $1 ਦਾ 1 ਪੌਂਡ ਹੋ ਹੀ ਗਿਆ ਹੈਗਾ। ਔਰ ਹੂੰ, ਹੂੰ, ਇਹ ਹੋਇਆ ਹੈਗਾ ਖਾਸ ਕਰ ਜਿਹੜੀ ਛਾਲ ਮਾਰੀ ਆ ਥੱਲੇ ਨੂੰ, ਉਹ ਹੁਣ ਮਾਰੀ ਹੈਗੀ ਆ ਜਦੋਂ ਇਹ ਆਪਣੇ ਚਾਂਸਲਰ ਸਾਹਿਬ ਨੇ ਜਿਹੜਾ ਬਜਟ ਆ, ਮਿਨੀ ਬਜਟ ਜਿਹਨੂੰ ਕਹਿੰਦੇ, ਉਹ ਅਨਾਉਂਸ ਕੀਤਾ ਤੇ ਲੋਕ ਜਿਹੜੇ ਮਾਰਕੀਟ ਦੇ ਲੋਕ ਹੈਗੇ ਉਹ ਵੀ ਸੋਚ ਰਹੇ ਹੈਗੇ ਆ ਕਿ ਬਈ ਇਹ ਖਰਚਾ ਵਧਾ ਰਹੇ ਆ, ਆਮਦਨ ਘਟਾ ਰਹੇ ਹੈਗੇ ਆ। ਇਹਨਾਂ ਨੇ ਉਹ ਜਿਹੜੇ ਸਵਾਲ ਆ ਉਹਨਾਂ ਨੂੰ ਪੂਰੇ ਕਿਸ ਤਰ੍ਹਾਂ ਕਰਨਾ, ਤੇ ਉਹ ਸਾਰੇ ਦੇ ਸਾਰੇ ਜਿੰਨੀਆਂ ਵੀ ਮਾਰਕੀਟਸ ਹੈਗੀਆਂ, ਖਾਸ ਕਰ ਏਸ਼ੀਆ ਦੀਆਂ ਮਾਰਕੀਟ ਹੈਗੀਆਂ, ਉਹ ਜੇ ਉਹਨਾਂ ਦੇ ਕੋਲ ਪਾਉਂਡ ਹੈਗੇ ਤਾਂ ਉਹ ਦਵਾ-ਦਵ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪਾਉਂਡ ਦਾ ਹੂੰ, ਹੋ ਜਾਣਾ ਬੁਰਾ ਹਾਲ, ਕਿਉਂਕਿ ਇਹ ਇਕੋਨਮੀ ਜਿਹੜੀ ਆ ਇਸ ਮੁਲਕ ਦੀ, ਯੂਕੇ ਦੀ ਇਕੋਨਮੀ ਜਿਹੜੀ ਆ, ਉਹਨਾਂ ਨੂੰ ਇਹ ਯਕੀਨ ਨਹੀਂ ਆ ਰਿਹਾ ਕਿ ਨਵੀਂ ਸਰਕਾਰ ਜਿਹੜੀ ਆ ਇਹਨੂੰ ਪਤਾ ਆ ਕਿ ਇਕੋਨਮੀ ਨੂੰ ਹੈਂਡਲ ਕਿਸ ਤਰ੍ਹਾਂ ਕਰਨਾ, ਇਹਨੂੰ ਰਨ ਕਿਸ ਤਰ੍ਹਾਂ ਕਰਨਾ। ਸੋ ਜੇ ਤੁਸੀਂ ਬਾਹਰ ਜਾਂਦੇ ਹੈਗੇ, ਬਾਹਰਲੇ ਮੁਲਕ 'ਚ ਹੁਣ ਜੇ ਭਾਰਤ ਨੂੰ ਜਾਣ ਦੀ ਸਕੀਮ ਬਣਾ ਰਹੇ ਹਾਂ ਆਪਾਂ, ਤੇ ਆਪਾਂ ਨੂੰ ਜਿਹੜੇ ਉਹ ਪਾਉਂਡ ਦੇ ਬਦਲੇ ਰੁਪਈਏ ਜਿਹੜੇ ਆ ਉਹ ਬਹੁਤ ਘੱਟ ਮਿਲਣਗੇ ਤੇ ਆਪਾਂ ਨੂੰ ਤਾਂ ਸਿੱਧਾ ਦਾ ਸਾਦਾ ਘਾਟਾ ਪੈ ਹੀ ਰਿਹਾ ਹੈਗਾ। ਸੋ ਰੱਬ ਜਾਣਦਾ ਕਿ ਇਹ ਜਿਹੜੀ ਨਵੀਂ ਸਰਕਾਰ ਆ, ਇਹ ਆਪਣੀ ਜਿਹੜੀ ਅਰਥਚਾਰਾ ਆ ਉਹਨੂੰ ਕਿਸ ਤਰ੍ਹਾਂ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਹਾਂਜੀ। ਜਿੱਦਾਂ ਆਪਣੇ ਇਹਦੇ ਜਿਹੜਾ ਰਾਈਵਲ ਸੀ ਜਾਂ ਇਹਦੇ ਜਿਹੜਾ ਆਪਣੇ ਪ੍ਰਾਈਮ ਮਿਨਿਸਟਰ ਵਾਸਤੇ ਖੜਾ ਸੀ, ਰਿਸ਼ੀ ਸੁਨਕ, ਉਹਨੇ ਇਹ ਕਿਹਾ ਸੀ ਵੀ ਇਹ ਜਿਹੜਾ ਜਿੱਦਨ ਨੂੰ ਇਹ ਟਰੱਸਟ ਕਹਿ ਰਹੀ ਹੈ ਟੈਕਸ ਕਟਿੰਗ ਹੈਗੀ ਵੀ ਦੈਟ ਇਜ਼ ਨਾਟ ਵਰਕੇਬਲ। ਚਲੋ ਉਹ ਤਾਂ ਜੀ। ਹੁਣ ਉਹ ਦੇਖਿਆ ਜਾਵੇ ਕਿ ਵਰਕੇਬਲ ਹੈ ਕਿ ਨਹੀਂ ਹੈਗਾ, ਤੇ ਇੱਕ ਪਾਰਟੀ ਨੂੰ ਵੀ ਯੂਨਾਈਟ ਕਰਨਾ ਹੈਗਾ। ਤੇ ਜਿਹੜਾ ਹੁਣ ਤੁਸੀਂ ਕਹਿ ਰਹੇ ਹੈਗੇ ਆ ਡਾਲਰ ਜਿਹੜਾ ਉਹ ਤਕਰੀਬਨ 1/4 ਤੇ ਤਕਰੀਬਨ ਬਰਾਬਰ ਤੇ ਹੀ ਆ ਗਿਆ, ਤੇ ਇਸੇ ਤਰ੍ਹਾਂ ਜਿਹੜੀ ਤੁਹਾਡੀ ਯੂਰੋ ਕਰੰਸੀ ਹੈਗੀ ਆ, ਉਹਦਾ ਵੀ ਇਹੀ ਹਾਲ ਹੈ, ਉਹ ਵੀ ਬਰਾਬਰੀ ਤੇ ਆ ਗਿਆ। ਨਹੀਂ ਤਾਂ ਪਾਉਂਡ ਉੱਪਰ ਥੋੜਾ ਜਿਹਾ ਪਿਕਅਪ ਕੀਤਾ ਆਹ ਸੋਮਵਾਰ ਵਾਲੇ ਦਿਨ, ਇਸ ਤੋਂ ਬਾਅਦ, ਕਿਉਂਕਿ ਜੇ ਥੋੜਾ ਬਹੁਤਾ ਪਿਕ ਕਰੂਗਾ ਵੀ, ਫਿਰ ਵੀ ਇੰਨੀ ਗੱਲ ਨਹੀਂ ਹੈ। ਜੇ ਯਾਦ ਹੋਵੇ ਤੁਹਾਨੂੰ, ਜਦੋਂ ਰੋਨਾਲਡ ਰੀਗਨ ਸੀਗਾ, ਉਹਨੇ ਵੀ ਕੁਝ ਇਹੋ ਜਿਹਾ ਹੀ ਕੀਤਾ ਸੀ, ਤੇ ਉਹਨੂੰ ਕਾਫੀ ਇਹਦੇ ਤੇ ਇਹਦਾ ਮਤਲਬ ਚੰਗਾ ਭੋਗਣਾ ਪਿਆ ਸੀ ਵੀ ਮੈਂ ਹੁਣ ਕਿੱਧਰ ਨੂੰ ਜਾਵਾਂ, ਕੀ ਹੋਵੇ। ਉਹ ਵੀ ਇੱਕ ਫੇਲੀਅਰ ਵੱਲ ਨੂੰ ਤੁਰ ਪਿਆ ਸੀ। ਕੀ ਤੁਸੀਂ ਇਹ ਦੇਖਦੇ ਹੋ ਕਿ ਕਿਉਂਕਿ ਇਹਨੇ ਇੱਕ ਹੋਰ ਜਿਹੜੀ ਨਾਲ ਹੀ ਇਹਦੇ ਵਿੱਚ ਅਨਾਉਂਸਮੈਂਟ ਆਈ ਸੀ, ਉਹ ਇਹ ਸੀ ਕਿ ਜਿਹੜੇ ਬੈਂਕਰਸ ਹੈਗੇ ਆ, ਜਿਹੜੇ ਉਹਨਾਂ ਦੇ ਬੋਨਸਿਸ ਸੀਗੇ, ਉਹ ਪ੍ਰੀਵੀਅਸ ਗਵਰਨਮੈਂਟ ਨੇ ਉਹ ਉਹਨਾਂ ਤੇ ਕੈਪ ਕਰ ਦਿੱਤਾ ਸੀ ਵੀ ਹਾਂ ਇੰਨਾ ਹੀ ਹੋਵੇਗਾ, ਤੇ ਇਹ ਕਹਿੰਦੇ ਵੀ ਉਹਨੂੰ ਵੀ ਹਟਾ ਦਿੱਤਾ ਜਾਵੇ, ਕਿਉਂਕਿ ਜਿਹੜੇ ਬੈਂਕਰਸ ਹੈਗੇ ਆ ਉਹ ਮੁਲਕ ਨੂੰ ਛੱਡ ਕੇ ਹੋਰਨਾਂ ਥਾਂ ਤੇ ਜਾ ਕੇ ਉਹ ਪ੍ਰੈਕਟਿਸ ਕਰ ਰਹੇ ਆ, ਤੇ ਸ਼ੀ ਇਜ਼ ਟ੍ਰਾਈਂਗ ਟੂ ਗੈਟ them ਬੈਕ, ਤਾਂ ਕਿ ਇਕਨੋਮੀ ਨੂੰ ਫਾਇਦਾ ਹੋਵੇ, ਉਹ ਇੱਥੇ ਇਨਵੈਸਟਮੈਂਟ ਕਰਨ। ਕਿਉਂਕਿ ਜੇ ਹੁਣ ਪਾਉਂਡ ਦੀ ਤੇ ਡਾਲਰ ਦੀ ਜਿਹੜੀ ਬਰਾਬਰਤਾ ਜਿਹੀ ਹੋ ਗਈ ਹੈ, ਤਾਂ ਉਹ ਇਨਵੈਸਟਮੈਂਟ ਵੀ ਕਾਫੀ ਮਹਿੰਗੀ ਹੋ ਰਹੀ ਹੈ। ਤੇ ਪਰ ਦੂਸਰੇ ਪਾਸੇ ਲੇਬਰ ਪਾਰਟੀ ਦੇ ਕਾਨਫਰੰਸ ਜਿਹੜੀ ਮੈਂ ਕਿਹਾ ਹੈਗਾ, ਰੇਚਲ ਰੀਵਸ ਜਿਹੜੀ ਹੈਗੀ ਸ਼ੈਡੋ ਚਾਂਸਲਰ, ਉਹਨੇ ਵੀ ਇਹ ਕਿਹਾ ਹੈਗਾ, ਕਿਉਂਕਿ ਕਹਿੰਦੀ ਹੋਰ ਕੋਈ ਰਾਹ ਨਹੀਂ ਹੈ, ਬੋਰੋ ਅਸੀਂ ਵੀ ਕਰਾਂਗੇ। ਪਰ ਸਿਰਫ ਡਿਫਰੈਂਸ ਦੋਹਾਂ ਪਾਰਟੀਆਂ ਦੇ ਵਿੱਚ ਇਸ ਵੇਲੇ ਇਹ ਆ ਰਿਹਾ ਹੈਗਾ, ਉਹ ਕਹਿ ਰਹੀ ਹੈਗੀ ਹੈ ਵਿੰਡਫੋਲ ਟੈਕਸ। ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਖਾਸ ਕਰਕੇ BP ਹੈਗੀ, ਸ਼ੈਲ ਹੈਗੀ ਜਾਂ ਹੋਰ ਹੈਗੇ ਆ, ਦੇ ਆਰ ਮੇਕਿੰਗ ਮੈਸਿਵ ਪ੍ਰੋਫਿਟਸ।
ਉਹ ਕਹਿੰਦੀ ਵੀ ਇਹਨਾਂ ਨੂੰ ਇੱਕ ਟੈਕਸ ਲਾਓ ਤਾਂ ਕਿ ਉਹ ਟੈਕਸ ਲਾ ਕੇ ਉਹ ਮਤਲਬ ਜਿਹੜਾ ਪੈਸਾ ਤੁਹਾਡੇ ਬਿਲੀਅਨਸ ਆਫ ਪਾਉਂਡ ਤੁਹਾਡੇ ਖਜ਼ਾਨੇ ਦੇ ਵਿੱਚ ਆਉਣਗੇ ਤੇ ਉਹ ਖਜ਼ਾਨੇ ਦੇ ਵਿੱਚੋਂ ਲੈ ਕੇ ਤੁਸੀਂ ਜਿਹੜੇ ਬਿੱਲ ਹੈਗੇ ਤੇ ਜਿਹੜਾ ਖਾਸ ਕਰਕੇ ਜਿਹੜਾ ਆਪਣੇ ਗੈਸ ਦੀ ਪ੍ਰੋਡਕਸ਼ਨ ਹੈਗੀ ਹੈ ਨਾਰਥ ਸੀ ਗੈਸ ਜਾਂ ਹੋਗਾ ਉਹਨੂੰ ਵੀ ਵਧਾਇਆ ਜਾਵੇ। ਇਹ 2-3 ਸਵਾਲ ਆਉਂਦੇ ਹੈਗੇ। ਪਹਿਲੀ ਗੱਲ ਤਾਂ ਜਿਹੜੀ ਬੈਂਕਰਸ ਦੀ ਗੱਲ ਹੈਗੀ ਆ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਜਿਹੜਾ ਹੈਗਾ ਵੀ ਉਹਨਾਂ ਦੇ ਜਿਹੜੇ ਬੋਨਸਿਸ ਹੈਗੇ ਆ ਦੇ ਆਰ ਟੋਟਲੀ ਬੀਨ ਟੇਕਨ ਅਵੇ ਪੇ ਹਾਂ ਜੀ ਹੁਣ ਜੋ ਵੀ ਮਰਜ਼ੀ ਉਹ ਲੈ ਸਕਦੇ। ਬਿਲਕੁਲ ਜੀ, ਦੇਖੋ ਇਹ ਜਿਹੜੀ ਆ ਟੋਰੀ ਸਰਕਾਰ ਹੈਗੀ ਆ, ਇਹ ਹਮੇਸ਼ਾ ਇਸੇ ਤਰ੍ਹਾਂ ਦੇ ਹੀ ਕਦਮ ਚੁੱਕਦੀ ਆ ਰਹੀ ਹੈਗੀ ਆ। ਜਿਸ ਤਰ੍ਹਾਂ ਹੁਣ ਜਿਹੜੀ ਆ ਇਹ ਕੁਆਰਟੈਂਗ ਨੇ ਜਿਹੜਾ ਟੈਕਸ ਵੀ ਘਟਾਇਆ ਹੈਗਾ, ਉਹ ਜਿਹੜਾ ਟੌਪ ਲੈਵਲ ਦਾ ਟੈਕਸ ਹੈਗਾ ਉਹ 45% ਤੋਂ 40 ਕੀਤਾ, ਔਰ ਜਿਹੜਾ ਸਾਡੇ ਤੁਹਾਡੇ ਵਰਗਿਆਂ ਦੇ ਲੋਅਰ ਐਂਡ ਤੇ ਸਾਡੀਆਂ ਆਮਦਨ ਹੈਗੀ ਆ ਉਹਦਾ ਟੈਕਸ ਘਟਾਇਆ ਹੈਗਾ ਉਹਨੇ 20% ਤੋਂ 19 ਕਰ ਦਿੱਤਾ। ਅੱਛਾ, ਜੇਕਰ ਟੈਕਸ ਘਟਾਉਣਾ ਹੀ ਸੀ ਤੇ ਜੇਕਰ ਉਹ ਜਿਹੜੇ ਜ਼ਿਆਦਾ ਜਿਨ੍ਹਾਂ ਦੀ ਆਮਦਨ ਆ ਉਹਨਾਂ ਦਾ 5% ਘਟਾਇਆ ਤੇ ਸਾਡੇ ਤੁਹਾਡੇ ਵਰਗਿਆਂ ਦਾ 1% ਕਿਉਂ ਘਟਾਇਆ? ਉਹ ਵੀ 5% ਘਟਾਉਂਦਾ ਤਾਂ ਕਿ ਉਹ ਇਕੁਅਲ ਲੈਵਲ ਪਲੇਇੰਗ ਫੀਲਡ ਹੋ ਜਾਂਦਾ। ਨਹੀਂ ਜੀ, ਉਹ ਇੰਟਰਵਿਊ ਦੇ ਵਿੱਚ ਇਹੀ ਕਹਿ ਰਿਹਾ, ਨਹੀਂ ਜੀ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋ ਰਿਹਾ, ਔਰ ਬਿਲਕੁਲ ਫਾਇਦਾ ਹੋ ਰਿਹਾ। ਸਾਨੂੰ 1% ਫਾਇਦਾ ਹੋ ਰਿਹਾ ਤੇ ਜਿਹੜੇ ਵੱਡੇ ਵੱਡੇ ਹੈਗੇ ਆ ਧਨਾੜ ਹੈਗੇ ਆ ਉਹਨਾਂ ਨੂੰ 5% ਦਾ ਫਾਇਦਾ ਹੋ ਰਿਹਾ ਹੈਗਾ। ਤੇ ਇਹਦੇ ਵਿੱਚ ਇਨਸਾਫ ਕਿੱਥੇ ਹੈਗਾ? ਔਰ ਦੂਸਰੀ ਗੱਲ ਹੈਗੀ ਆ, ਤੁਹਾਨੂੰ ਪਤਾ ਕਿ ਆਪਣੇ ਜਿਹੜੇ ਫਾਰਮਰ ਚਾਂਸਲਰ ਸੀਗੇ ਉਹ ਕਹਿ ਰਹੇ ਹੈਗੇ ਆ ਕਿ ਬਈ ਜੇਕਰ ਇਸੇ ਤਰ੍ਹਾਂ ਹੀ ਇਕਨੋਮੀ ਕੰਮ ਕਰਦੀ ਹੁੰਦੀ ਤਾਂ ਅਸੀਂ ਪਹਿਲਾਂ ਵੀ ਕਰ ਲੈਣਾ ਸੀਗਾ, ਕਿਉਂਕਿ ਉਹ ਇਹ ਕਹਿ ਰਹੇ ਆ ਕਿ ਜਦੋਂ ਤੁਸੀਂ ਇਨਕਮ ਟੈਕਸ ਜਿਹੜਾ ਆ 45 ਤੋਂ 40 ਕਰ ਦਿੰਦੇ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਜਿਹੜੀ ਆਮਦਨ ਅਪਰ ਬੈਂਡ ਵਾਲਿਆਂ ਨੂੰ ਹੋਈ ਆ ਉਹ ਸਡਨਲੀ ਇੱਕਦਮ ਸਵੇਰ ਨੂੰ ਉੱਠ ਕੇ ਕਹਿਣਗੇ ਕਿ ਅਸੀਂ ਤਾਂ ਦੇਸ਼ ਦਾ ਭਲਾ ਕਰਨਾ, ਚਲੋ ਇਸ ਚੀਜ਼ ਨੂੰ ਇਸ ਪੈਸੇ ਨੂੰ ਆਪਾਂ ਇਨਵੈਸਟ ਕਰੀਏ। ਉਹ ਇਸ ਤਰ੍ਹਾਂ ਇਨਵੈਸਟ ਨਹੀਂ ਕਰਦੇ ਹੈਗੇ, ਉਹਨਾਂ ਦੀਆਂ ਮੌਜਾਂ ਲੱਗ ਜਾਂਦੀਆਂ ਹੈਗੀਆਂ ਕਿ ਬਈ ਖਰਚਣ ਲਈ ਵਾਹਵਾ ਪੈਸੇ ਮਿਲ ਜਾਂਦੇ ਆ, ਉਹ ਟੈਕਸ ਘਟ ਜਾਂਦਾ ਤੇ ਉਹ ਉਹਨਾਂ ਨੂੰ ਖਰਚਣਾ ਸ਼ੁਰੂ ਕਰ ਦਿੰਦੇ ਆ, ਨਾ ਕਿ ਉਹਨੂੰ ਇਨਵੈਸਟ ਕਰਦੇ ਹੈਗੇ ਆ, ਜੋ ਕਿ ਆਪਣੇ ਪਹਿਲੇ ਚਾਂਸਲਰ ਦੇ ਇਹ ਸ਼ਬਦ ਹੈਗੇ ਆ। ਸੋ ਮੈਂ ਫਿਰ ਕਹੂੰਗਾ ਕਿ ਬਈ ਇਹ ਜਿਹੜੀ ਆ ਇਕਨੋਮੀ ਦੀ ਜਿਹੜੀ ਹਿਸਾਬ ਕਿਤਾਬ ਇਹ ਲਗਾ ਰਹੇ ਹੈਗੇ ਆ ਨਵੀਂ ਸਰਕਾਰ, ਇਹ ਤਾਂ ਸਾਡੀ ਸਮਝ ਤੋਂ ਬਾਹਰ ਹੈਗਾ। ਔਰ ਜਿਹੜੀ ਮਾਰਕੀਟ ਆ ਉਹਨੇ ਵੀ ਦੱਸ ਦਿੱਤਾ ਕਿ ਵੀ ਉਹਨਾਂ ਦੀ ਸਮਝ ਤੋਂ ਵੀ ਬਾਹਰ ਹੈਗਾ। ਆਪਣੇ ਜਿਹੜੇ ਫਾਰਮਰ ਚਾਂਸਲਰ ਆ ਉਹਨਾਂ ਨੇ ਵੀ ਦੱਸ ਦਿੱਤਾ ਹੈਗਾ ਕਿ ਬਈ ਉਹਨਾਂ ਦੀ ਸਮਝ ਤੋਂ ਇਹ ਬਾਹਰ ਹੈਗਾ। ਤੇ ਰੱਬ ਹੀ ਜਾਣਦਾ ਕਿ ਇਹ ਜਿਹੜੀ ਨਵੀਂ ਸਰਕਾਰ ਹੈਗੀ ਆ ਇਹਦੀਆਂ ਜਿਹੜੀਆਂ ਕੈਲਕੂਲੇਸ਼ਨ ਆ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ। ਔਰ ਆਪਾਂ ਇਹੀ ਕਹਿ ਸਕਦੇ ਹਾਂ ਕਿ ਜੀ ਇਹ ਡਰ ਹੀ ਲੱਗਦਾ ਕਿ ਬਈ ਇਹ ਕਿੱਧਰ ਨੂੰ ਆਪਣੀ ਇਕਨੋਮੀ ਨੂੰ ਲੈ ਕੇ ਜਾਣਗੇ। ਤੇ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਪੌਂਡ ਦਾ ਬੁਰਾ ਹਾਲ ਹੋ ਗਿਆ ਹੈਗਾ, ਉਹਦੇ ਨਾਲ ਹਰ ਤਰ੍ਹਾਂ ਦੀ ਕੀਮਤ ਵਧੇਗੀ। ਦੇਖੋ ਆਪਣਾ ਜਿਹੜਾ ਫੂਡ ਆ ਉਹ ਬਾਹਰੋਂ ਆਉਂਦਾ ਮੋਸਟਲੀ, ਹੈ ਨਾ, ਤੇ ਜਿਹੜੀ ਐਨਰਜੀ ਆ ਉਹ ਵੀ ਅਸੀਂ ਇੰਪੋਰਟ ਕਰਦੇ ਹਾਂ, ਤੇਲ ਜਾਂ ਗੈਸ, ਔਰ ਉਹਨਾਂ ਦੀਆਂ ਕੀਮਤਾਂ ਹੋਰ ਵੀ ਜ਼ਿਆਦਾ ਵਧਣਗੀਆਂ। ਸੋ ਆਪਣੀ ਜਿਹੜੀ ਆ ਇਕਨੋਮਿਕ ਹਾਲਤ ਜਿਹੜੀ ਆ ਆਪਣੇ ਦੇਸ਼ ਦੀ ਉਹ ਕੋਈ ਖਾਸ ਇੰਨੀ ਚੰਗੀ ਨਹੀਂ ਲੱਗ ਰਹੀ ਸਰਦੂਲ ਜੀ। ਤੇ ਇਹਦੇ 'ਚ ਬਲਦੇਵ ਜੀ ਇੱਕ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਪਿੱਛੇ ਲੈ ਕੇ ਜਾਵਾਂਗਾ ਕਿ ਰੇਚਲ ਰੀਵਜ਼ ਦੀ ਜਿਹੜੀ ਹੁਣ ਫੋਟੋ ਦਿਖਾਈ ਤੇ ਮੈਂ ਮੁੜ ਕੇ ਆਉਣਾ ਵੀ 2016 ਦੇ ਵਿੱਚ ਜਦੋਂ ਇਹ ਟ੍ਰੈਜਰੀ ਦੇ ਵਿੱਚ ਸੀ, ਹੁਣ ਤੇ ਪ੍ਰਾਈਮ ਮਿਨਿਸਟਰ ਹੈ ਲਿਜ਼ ਟਰਸਟ, ਉਸ ਵੇਲੇ ਵੀ ਇਹਨੇ ਇੱਕ ਗੱਲ ਕਿਹਾ ਸੀ ਵੀ ਦੀ ਇਕਨੋਮੀ ਹੈਵ ਟੂ ਫੋਲਡ। ਇੱਕ ਤਾਂ ਸੀ ਵੀ ਜਿਹੜੀ ਬ੍ਰੈਕਸਿਟ ਤੋਂ ਬਾਹਰ ਆਉਣ ਦੇ ਲਈ ਸਾਡੀ ਫਰੀडम ਹੈਗੀ ਆ ਵੀ ਅਸੀਂ ਉਹ ਵਰਤਾਂਗੇ। ਦੂਸਰੀ ਜਿਹੜੀ ਯੂਰੋਪੀਅਨ ਰੈਗੂਲੇਸ਼ਨ ਸੀਗੀਆਂ ਉਹਨਾਂ ਦੇ ਉੱਤੇ ਜਦੋਂ ਬੰਦ ਹੋ ਜਾਣਗੀਆਂ ਤੇ ਸਾਡੀ ਜਿਹੜੀ ਇਕਨੋਮੀ ਆ ਉਹਨੂੰ ਫ੍ਰੀ ਮਿਲਣਗੀ, ਪਰ ਥੋੜਾ ਚਿਰ ਸਾਨੂੰ ਇਹ ਸਫ਼ਰ ਜ਼ਰੂਰ ਕਰਨਾ ਪਵੇਗਾ। ਇਹ ਜਾਨੀ 2016 'ਚ ਇਹਨੇ ਇਹ ਗੱਲ ਕਹੀ ਸੀ। ਸੋ ਸ਼ੀ ਇਜ਼ ਟੂ ਬੀ ਫੇਅਰ, ਸ਼ੀ ਹੈਜ਼ ਸਟਕ ਟੂ ਹਰ ਗਨਸ ਬਾਈ ਸੇਇੰਗ ਵੀ ਮੈਂ ਪਹਿਲਾਂ ਆਹ ਕਿਹਾ ਸੀ, ਮੈਂ ਹੁਣ ਵੀ ਆਹ ਕਹਿ ਰਹੀ ਹਾਂ ਵੀ ਇਹਦੇ ਨਾਲ ਤਰੀਕੇ ਦੇ ਨਾਲ ਜਿਹੜੇ ਉਹਦੇ ਵੀ ਅਰਥ ਰਾਸ਼ਟਰੀ ਹੋਣਗੇ, ਜਿਹੜੇ ਉਹਦੇ ਸ਼ਾਸਤਰੀ ਦੇ ਨਾਲ ਹੋਣਗੇ, ਜਿਹੜੇ ਇਕਨੋਮਿਸਟ ਹੈਗੇ ਆ ਅਕਸਰ ਨੂੰ ਉਹ ਐਡਵਾਈਸ ਵੀ ਉਹਨੂੰ ਕਰ ਰਹੇ ਹੋਣਗੇ। ਤੇ ਇਹ ਗੱਲ ਇੱਕ ਹੋਰ ਵੀ ਕਿਹਾ ਹੈਗਾ ਵੀ ਹਾਂਜੀ ਵੀ ਇਹ ਸਿਰਫ ਲੇਬਰ ਪਾਰਟੀ ਰੌਲਾ ਪਾ ਰਹੀ ਹੈ ਜਾਂ ਮੀਡੀਆ ਰੌਲਾ ਪਾ ਰਿਹਾ ਹੈਗਾ, ਪਰ ਇਨ ਐਕਚੁਅਲ ਫੈਕਟ ਜਿਹੜੀ ਗੱਲ ਹੈਗੀ ਹੈ ਜੋ ਕੁਛ ਇਹ ਕਰ ਰਹੇ ਹੈਗੇ ਆ
ਇਹ ਬੈਟਰਮੈਂਟ ਫॉर द ਇਕਨੋਮੀ ਐਂਡ ਫॉर द ਕੰਟਰੀ, ਇਹਦੇ ਤੇ ਤੁਸੀਂ ਕੀ ਕਹੋਗੇ? ਸਰੂਲ ਜੀ ਦੇਖੋ, ਅਰਥ ਸ਼ਾਸਤਰੀ ਜੋ ਲੇਬਰ ਪਾਰਟੀ ਦੇ ਵੀ ਹੈਗੇ ਆ, ਇਹਨਾਂ ਦੇ ਵੀ ਹੈਗੇ ਆ, ਲੇਕਿਨ ਇੱਥੇ ਗੱਲ ਆ ਜਾਂਦੀ ਹੈ ਡੋਗਮਾ ਦੀ। ਟੋਰੀ ਪਾਰਟੀ ਨੇ ਹਮੇਸ਼ਾ ਹੀ ਇਹ ਕਿਹਾ ਹੈਗਾ ਕਿ ਬਈ ਇਹ ਟੈਕਸ ਘਟਾਉਣ ਦੇ ਹੱਕ ਦੇ ਵਿੱਚ ਹੈਗੇ ਆ। ਇਹਨਾਂ ਦੀ ਫਿਲਾਸਫੀ ਇਹ ਆ ਕਿ ਜਦੋਂ ਤੁਸੀਂ ਟੈਕਸ ਘਟਾਓਗੇ ਤਾਂ ਜਿਹੜੇ ਲੋਕ ਹੈਗੇ ਆ, ਖਾਸ ਕਰ ਜਿਹੜੇ ਜਿਨ੍ਹਾਂ ਦੀਆਂ ਆਮਦਨ ਬਹੁਤ ਜ਼ਿਆਦਾ ਹੈਗੀ ਆਮ ਲੋਕਾਂ ਨਾਲੋਂ, ਉਹਦੇ ਬਿਹਾਈਂਡ ਥਿੰਕਿੰਗ ਇਹ ਹੈਗੀ ਆ ਕਿ ਜਦੋਂ ਤੁਸੀਂ ਟੈਕਸ ਘਟਾਓਗੇ, ਉਹਨਾਂ ਨੂੰ ਜਿਹੜਾ ਫਾਇਦਾ ਹੋਏਗਾ ਉਹ ਇਕਨੋਮੀ ਦੇ ਵਿੱਚ ਇਨਵੈਸਟ ਕਰਨਗੇ, ਜਿਹੜੀ ਕਿ ਕੁਝ ਮਿਸਗਾਈਡਡ ਸੋਚਣੀ ਹੈਗੀ ਆ ਕਿ ਕੀ ਉਹ ਸੱਚਮੁੱਚ ਹੀ ਜਿਹੜਾ ਟੈਕਸ ਘਟਾਉਣ ਤੋਂ ਉਹਨਾਂ ਨੂੰ ਆਮਦਨ ਹੁੰਦੀ ਆ, ਉਹ ਕੀ ਉਹ ਸੱਚਮੁੱਚ ਹੀ ਵਾਪਸ ਇਕਨੋਮੀ ਦੇ ਵਿੱਚ ਲਾਉਂਦੇ ਹੈਗੇ ਆ, ਇਨਵੈਸਟ ਕਰਦੇ ਹੈਗੇ ਆ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਆਪਣੇ ਜਿਹੜੇ ਫਾਰਮਰ ਚਾਂਸਲਰ ਸੀਗੇ, ਉਹ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਿ ਉਹ ਜਿਹੜੀ ਉਹਨਾਂ ਨੂੰ ਫਾਇਦਾ ਹੁੰਦਾ ਟੈਕਸ ਘਟਾਉਣ ਤੋਂ, ਉਹ ਡਾਇਰੈਕਟਲੀ ਉਹ ਇਨਵੈਸਟ ਨਹੀਂ ਕਰਦੇ ਹੈਗੇ। ਇਸ ਲਈ ਇਹ ਜਿਹੜੀ ਕੈਲਕੂਲੇਸ਼ਨ ਆ, ਇਹ ਇੰਨੀ ਸਟ੍ਰੇਟ ਫਾਰਵਰਡ ਜਾਂ ਸੌਖੀ ਨਹੀਂ ਹੈਗੀ ਕਿ ਉਹ ਜਿਹੜੀ ਇਨਵੈਸਟਮੈਂਟ ਜਿਹੜੀ ਆ, ਉਹ ਜਿਹੜੀ ਸਰਕਾਰ ਹੁੰਦੀ ਆ, ਉਹ ਵੱਡੇ ਪੈਮਾਨੇ ਤੇ ਵੱਡੇ ਜਿਹੜੇ ਉਦਯੋਗਪਤੀ ਹੈਗੇ ਆ ਜਾਂ ਜਿਹੜੇ ਉਦਯੋਗ ਹੈਗੇ ਆ, ਕਾਰਪੋਰੇਸ਼ਨਸ ਹੈਗੀਆਂ, ਉਹਨਾਂ ਨੂੰ ਇਨਕਰੇਜ ਕਰਦੀ ਆ ਹੋਰ ਇਨਸੈਂਟਿਵ ਦੇ ਕੇ, ਨਾ ਕਿ ਜਿਹੜਾ ਟੈਕਸ ਘਟਾਉਣ ਦੇ ਨਾਲ ਉਹਨਾਂ ਨੂੰ ਹੁੰਦਾ। ਤੁਸੀਂ ਗੱਲ ਕੀਤੀ ਹੈਗੀ ਆ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ BP ਸ਼ੈਲ ਹੈਗੀ ਆ, ਇਹਨਾਂ ਨੂੰ ਵਿੰਡਫਾਲ ਜਿਹੜੀ ਆਮਦਨ ਹੋਈ ਹੈਗੀ ਆ, ਯਾਨੀ ਕਿ ਹਾਲਾਤ ਜਿਹੜੇ ਬਦਲੇ ਹੈਗੇ ਆ, ਜਿਹੜਾ ਕਿ ਆਮਦਨ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਨਹੀਂ ਕਮਾਈ ਹੈਗੀ, ਲੇਕਿਨ ਜਿਸ ਤਰ੍ਹਾਂ ਹੁਣ ਆ ਕਿ ਬਈ ਯੂਕਰੇਨ ਦੀ ਲੜਾਈ ਹੋਈ ਹੈਗੀ ਆ, ਤੇ ਉਹ ਕੀਮਤਾਂ ਵਧੀਆਂ ਹੈਗੀਆਂ, ਤੇ ਉਹ ਜਿਹੜੀ ਆਮਦਨ ਉਹਨਾਂ ਨੂੰ ਹੋਈ ਹੈਗੀ ਆ, ਉਹਨਾਂ ਦਾ ਫਰਜ਼ ਬਣਦਾ ਹੈਗਾ ਔਰ ਸਰਕਾਰ ਦੀ ਇਹ ਡਿਊਟੀ ਬਣਦੀ ਆ ਕਿ ਉਹਨਾਂ ਨੂੰ ਇਹ ਕਵੇ ਕਿ ਬਈ ਤੁਹਾਨੂੰ ਇਹ ਜਿਹੜੀ ਆਮਦਨ ਹੋਈ ਹੈਗੀ ਆ, ਇਹਦੇ ਤੇ ਅਸੀਂ ਵਿੰਡਫਾਲ ਟੈਕਸ ਲਾਵਾਂਗੇ, ਤਾਂ ਕਿ ਅਸੀਂ ਜਿਹੜੀ ਦੇਸ਼ ਦੀ ਇਕਨੋਮੀ ਆ ਉਹਨੂੰ ਸੁਧਾਰ ਸਕੀਏ। ਔਰ ਉਹ ਪਹਿਲਾਂ ਵੀ ਸਰਕਾਰਾਂ ਉਹ ਵਿੰਡਫਾਲ ਟੈਕਸ ਲੈਂਦੀਆਂ ਆ ਰਹੀਆਂ ਹੈਗੀਆਂ, ਲੇਕਿਨ ਹੁਣ ਜਿਹੜੀ ਨਵੀਂ ਸਰਕਾਰ ਬਣੀ ਆ, ਇਹਨਾਂ ਨੂੰ ਕੀ ਤਕਲੀਫ ਹੈਗੀ ਆ ਕਿ ਬਈ ਸਿੱਧੀ ਸਾਦੀ ਗੱਲ ਹੈਗੀ ਆ ਕਿ ਬਈ ਉਹਨਾਂ ਨੂੰ ਹਾਲਾਤਾਂ ਦਾ ਕਰਕੇ ਨਵੀਂ ਆਮਦਨ ਹੋਈ ਹੈਗੀ ਆ, ਤੇ ਉਹ ਜਿਹੜੀ ਆਮਦਨ ਆ, ਉਹ ਬਾਕੀ ਜਿਹੜਾ ਦੇਸ਼ ਦੀ ਤਰੱਕੀ ਆ ਉਹਦੇ ਵਿੱਚ ਉਹ ਟੈਕਸ ਦੇ ਜ਼ਰੀਏ ਉਹ ਵਾਪਸ ਜਿਹੜੇ ਦੇਸ਼ ਦੀ ਜਨਤਾ ਉਹਨਾਂ ਨੂੰ ਉਹ ਪੈਸੇ ਦੇਵੇ। ਹਾਂਜੀ, ਤੇ ਆਪਣੇ 2 ਮਿੰਟ ਦੇ ਵਿੱਚ ਜਿਹੜੀ ਹੁਣ ਲੇਬਰ ਪਾਰਟੀ ਦੀ ਕਾਨਫਰੰਸ ਚੱਲ ਰਹੀ ਹੈਗੀ ਆ, ਕੇਅਰ ਸਟਾਰਮਰ ਜਿਹੜਾ ਉਹਨਾਂ ਦਾ ਲੀਡਰ ਹੈਗਾ, ਉਹਨੇ ਕਿਹਾ ਹੈਗਾ ਲੇਬਰ ਵੁੱਡ ਰਿਵਰਸ ਕੱਟ ਟੂ ਟੌਪ ਇਨਕਮ ਟੈਕਸ ਰੇਟ, ਵੀ ਮੁੜ ਕੇ ਉਹਨੂੰ ਉਹਦੇ ਤੇ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਜਿਹੜੀ ਨੈਸ਼ਨਲ ਇੰਸ਼ੋਰੈਂਸ ਹੈਗੀ ਆ ਉਹਦੇ ਤੇ ਵੀ ਕਟੌਤੀ ਕੀਤੀ ਗਈ ਹੈਗੀ ਆ। ਸੋ ਉਹਦੇ ਨਾਲ ਠੀਕ ਆ ਵੀ ਬਹੁਤ ਸਾਰਾ ਜਿਹੜਾ ਰੌਲਾ ਵੀ ਸਮਝ ਲਓ ਤਾਂ, ਜਾਂ ਉਹਨੂੰ ਇਹ ਚੱਕਣ ਦੀ ਵੀ ਗੱਲ ਹੈਗੀ ਆ। ਠੀਕ ਹੈ, ਤੁਸੀਂ ਵੀ ਗੱਲ ਕਹੀ ਹੈਗੀ ਹੈ ਵੀ ਜਿਹੜਾ ਲੋ ਇਨਕਮ ਹੈਗਾ ਉਹਦੇ ਲਈ ਬਹੁਤਾ ਜਾਣੀ ਫਾਇਦੇਮੰਦ ਨਹੀਂ ਹੋਏ ਇਹ ਚੀਜ਼ਾਂ ਹੋਈਆਂ ਹੈਗੀਆਂ, ਪਰ ਔਨ ਦ ਲੌਂਗ ਰਨ, ਕਿਉਂਕਿ ਉਹ ਕਹਿੰਦਾ ਕਿ ਜਿਹੜਾ ਆਪਣੇ ਕੁਆਟਿੰਗ ਹੈਗਾ, ਉਹ ਕਹਿੰਦਾ ਆਈ ਵਿਲ ਕੀਪ ਔਨ ਕਟਿੰਗ ਟੈਕਸਸ। ਤੇ ਇਹਦਾ ਮਤਲਬ ਵੀ ਆਉਣ ਵਾਲਾ ਜਿਹੜਾ ਹੁਣ ਤਾਂ ਮਿਨੀ ਬਜਟ ਸੀ, ਜਿਹੜਾ ਮੇਨ ਬਜਟ ਉਹ ਲੈ ਕੇ ਆਵੇਗਾ, ਉਹਦੇ ਵਿੱਚ ਹੋਰ ਟੈਕਸ ਦੀ ਕਟੌਤੀ ਕਰੇਗਾ, ਤੇ ਕੀ ਇਹ ਕਰਜ਼ਾ ਹੋਰ ਚੱਕਿਆ ਜਾਏ ਕਿ ਜਿਹੜੀ ਲੇਬਰ ਦੀ ਹੈਗੀ ਹੈ, ਕੀ ਲੇਬਰ ਇਹ 2-3 ਗੱਲਾਂ ਦੇ ਉੱਤੇ ਵੈਸੇ ਬਹੁਤਾ ਫਰਕ ਨਹੀਂ ਹੈਗਾ ਜੇ ਆਪਾਂ ਬਲੇਵਲੀ ਦੇਖਿਆ ਜਾਵੇ, ਕਿਉਂਕਿ ਕਰਜ਼ਾ ਲੇਬਰ ਨੂੰ ਵੀ ਚੱਕਣਾ ਪੈਣਾ ਹੈਗਾ, ਕਿਉਂਕਿ ਇਸ ਵੇਲੇ ਇਹ ਦੇਖਿਆ ਜਾਵੇ ਜਿਹੜੀ ਪੈਂਡੈਮਿਕ ਕਰੋਨਾ ਦੇ ਨਾਲ ਜਿੰਨਾ ਪੈਸਾ ਸੀਗਾ ਲਿਆ ਕੇ, ਉਸ ਵੇਲੇ ਵੀ ਕਾਫੀ ਇਹਨਾਂ ਨੇ ਇਕਨੋਮੀ ਨੂੰ ਤੇ ਜਾਂ ਬਿਜ਼ਨਸ ਨੂੰ ਰਿਵਾਈਵ, ਉਹਨਾਂ ਨੂੰ ਜੀਂਦਾ ਰੱਖਣ ਦੇ ਲਈ ਕਿੰਨਾ ਕੁਝ ਕੀਤਾ ਸੀਗਾ। ਸੋ ਉਹਨੂੰ ਲਿਆਉਣ ਦੇ ਲਈ ਹੁਣ ਜੋ ਟੈਕਸ ਕੱਟ ਰਹੇ ਨੇ, ਜਿੱਦਾਂ ਹੈਗਾ ਇਕਨੋਮੀ ਨੂੰ ਥੋੜਾ ਬਹੁਤਾ ਬਰੀਥਿੰਗ ਸਪੇਸ ਦੇਣ ਦੇ ਲਈ, ਕੀ ਲੇਬਰ ਦੇ ਕੋਲ, ਜੇ ਅਸੀਂ ਟੋਰੀਆਂ ਨੂੰ ਇਹ ਕਹਿੰਦੇ ਹੈਗੇ ਕਿ ਲੇਬਰ ਦੇ ਕੋਲ ਕੋਈ ਇਹੋ ਜਿਹੀ ਗੱਲ ਹੈ ਜਿਹਦੇ ਨਾਲ ਇਸ ਇਕਨੋਮੀ ਨੂੰ ਰਿਵਾਈਵ ਕਰ ਸਕਣਗੇ, ਸਵਾਏ ਇੱਕ ਸਿਰਫ ਵਿੰਡਫਾਲ ਟੈਕਸ ਦੀ ਗੱਲ ਉਹ ਕਰ ਰਹੇ ਹੈਗੇ ਆ, ਜਾਂ ਜਿਹੜੀ ਰੀਨਿਊਏਬਲ ਐਨਰਜੀ ਦੀ ਗੱਲ ਕਰ ਰਹੇ ਹੈਗੇ ਆ? ਉਹ ਤਾਂ ਸਾਰੇ ਹੀ ਕਹਿ ਰਹੇ ਹੈਗੇ ਵੀ ਰੀਨਿਊਏਬਲ ਐਨਰਜੀ ਜਿਹੜੀ ਉਹਦੇ ਤੇ ਕਾਫੀ ਹੋਣਾ ਹੈਗਾ, ਮੇਰਾ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਕਾਫੀ ਜ਼ੋਰ ਦੇਣਗੇ। ਇਹਦੇ ਤੇ ਤੁਸੀਂ ਕੀ ਵਿਚਾਰ ਦਿਓਗੇ? ਦੇਖੋ ਜੀ, ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ, ਤੁਹਾਨੂੰ ਪਤਾ ਸਰੂਲ ਜੀ, ਉਹ ਬਹੁਤ ਵੱਡੇ ਵਾਅਦੇ ਕਰਦੀਆਂ ਹੈਗੀਆਂ, ਬਾਕੀ ਜਦੋਂ ਉਹ ਸਰਕਾਰ ਦੇ ਵਿੱਚ ਆ ਜਾਂਦੇ ਆ, ਜਦੋਂ ਉਹਨਾਂ ਨੂੰ
ਜਿਹੜੀਆਂ ਅਸਲੀ ਮੁਸ਼ਕਲਾਂ ਆ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਵੇਲੇ ਉਹ ਬਦਲ ਜਾਂਦੇ ਹੈਗੇ ਆ। ਐਟਲੀਸਟ ਇਸ ਵੇਲੇ ਕੀ ਹੋ ਰਿਹਾ ਹੈਗਾ ਕਿ ਜਿਹੜੀ ਲੇਬਰ ਪਾਰਟੀ ਆ ਉਹਨਾਂ ਦੀ ਜੇ ਉਹ ਕਹਿ ਰਹੇ ਆ ਕਿ ਬਈ ਉਹ ਆ ਜਿਹੜੇ ਟੈਕਸ ਜਿਹੜੇ ਆਮਦਨ ਤੇ ਟੈਕਸ ਲੱਗਾ ਹੈਗਾ ਉਹਨੂੰ ਉਹ ਰਿਵਰਸ ਕਰਨਗੇ। ਐਟਲੀਸਟ ਉਹਨਾਂ ਵੱਲੋਂ ਇਹ ਜਿਹੜਾ ਕਦਮ ਆ ਕੁਛ ਨਾ ਕੁਛ ਸਹੀ ਲੱਗਦਾ, ਕਿਉਂਕਿ ਸਰਕਾਰ ਨੂੰ ਆਪਣੀ ਜਿਹੜੀ ਆਮਦਨ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਤਾਂ ਵਧਾਉਣੀ ਪਵੇਗੀ। ਜੇਕਰ ਖਰਚ ਕਰਨਾ ਹੈਗਾ, ਜੇਕਰ ਖਰਚ ਵਧਿਆ ਹੈਗਾ ਜੋ ਸਰਕਾਰ ਦੇ ਕੰਟਰੋਲ ਦੇ ਵਿੱਚ ਨਹੀਂ ਹੈਗਾ, ਜਿਸ ਤਰ੍ਹਾਂ ਆਪਣੀ ਜਿਹੜੀ ਐਨਰਜੀ ਦੀ ਕਾਸਟ ਵਧੀ ਆ, ਆਪਣੇ ਬਿੱਲ ਵਧੇ ਹੈਗੇ ਆ, ਉਹ ਜਿਹੜੀ ਅੰਤਰਰਾਸ਼ਟਰੀ ਮਾਰਕੀਟ ਆ ਉਹਦਾ ਕਰਕੇ ਹੋਇਆ ਹੈਗਾ। ਔਰ ਉਹ ਕਹਿ ਰਹੇ ਆ ਕਿ ਬਈ ਉਹ ਜਿਹੜੀ ਇਨਕਮ ਟੈਕਸ ਆ ਉਹਨੂੰ ਰਿਵਰਸ ਕਰਨਗੇ, ਉਹਨੂੰ ਨਹੀਂ ਉਹ ਘੱਟ ਕਰਨਗੇ। ਐਟਲੀਸਟ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਤਾਂ ਪਲਾਨ ਹੈਗਾ ਕਿ ਬਈ ਉਹ ਇਹ ਕਹਿ ਰਹੇ ਆ ਕਿ ਬਈ ਸਾਡੀ ਜਿਹੜੀ ਆਮਦਨ ਦਾ ਜ਼ਰੀਆ ਆ ਇੱਕ ਹੋਏਗਾ ਕਿ ਬਈ ਜਿਹੜੇ ਟੈਕਸ ਅਸੀਂ ਲਾਉਂਦੇ ਹੈਗੇ ਆ। ਸੋ ਇਹ ਜਿਹੜਾ ਕਦਮ ਆ ਲੇਬਰ ਪਾਰਟੀ ਦਾ ਕੁਛ ਨਾ ਕੁਛ ਠੀਕ ਲੱਗਦਾ। ਬਾਕੀ ਗੱਲ ਹੈਗੀ ਆ ਕਿ ਉਹ ਖੁਦ ਮੰਨਦੇ ਹੈਗੇ ਆ ਕਿ ਬਈ ਉਹਨਾਂ ਨੂੰ ਵੀ ਕਰਜ਼ਾ ਚੱਕਣ ਦੀ ਲੋੜ ਤਾਂ ਜ਼ਰੂਰ ਪਵੇਗੀ, ਪਰ ਉਹਨਾਂ ਨੂੰ ਇੰਨਾ ਜ਼ਿਆਦਾ ਕਰਜ਼ਾ ਚੱਕਣਾ ਨਹੀਂ ਪਵੇਗਾ ਜਿੰਨਾ ਕਿ ਹੁਣ ਦੀ ਜਿਹੜੀ ਸਰਕਾਰ ਆ ਇਹਨੂੰ ਚੱਕਣਾ ਪਵੇਗਾ। ਹਾਂਜੀ। ਸੋ ਚਲੋ ਇਹ ਤਾਂ ਮੇਰੇ ਖਿਆਲ ਗੱਲਬਾਤ ਜਿਹੜੀ ਆ ਹੁਣ ਚੱਲਦੀ ਰਹਿਣੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਵੀ ਕਾਨਫਰੰਸ ਹੋਏਗੀ। ਕਾਨਫਰੰਸ ਦੇ ਉੱਤੇ ਤੁਹਾਨੂੰ ਪਤਾ ਜਿੱਦਾਂ ਤੁਸੀਂ ਕਿਹਾ ਹੀ ਹੈਗਾ, ਬਹੁਤ ਸਾਰੀਆਂ ਜਿਹੜੀਆਂ ਅਨਾਊਂਸਮੈਂਟਾਂ ਕੀਤੀਆਂ ਜਾਂਦੀਆਂ ਹੈਗੀਆਂ ਤੇ ਹੁਣ ਉਹ ਦੇਖਾਂਗੇ ਕਿ ਭਾਵੇਂ ਰੇਚਲ ਰੀਵ ਜਿਹੜੀ ਆ ਉਹਨੇ ਇਹ ਗੱਲਾਂ ਅੱਜ ਤੇ ਗੱਲਾਂ ਕਰਦੀ ਰਹੀ ਹੈਗੀ ਆ ਵੀ ਆਹ ਕਰਾਂਗੇ ਉਹ ਕਰਾਂਗੇ, ਪਰ ਵੈਸੇ ਜੇ ਦੇਖਿਆ ਜਾਵੇ ਕਈ ਵਾਰੀ ਇੱਦਾਂ ਹੁੰਦਾ ਹੈਗਾ ਵੀ ਕਈ ਵਾਰੀ ਗੱਲ ਜਿੱਦਾਂ ਤੁਸੀਂ ਕਿਹਾ ਵੀ ਗੌਰਮੈਂਟ ਦੇ ਵਿੱਚ ਆਉਣ ਦੇ ਨਾਲ ਉਹ ਸਾਡੇ ਤੇ ਪ੍ਰੈਸ਼ਰ ਇਹ ਪੈ ਜਾਂਦਾ ਹੈਗਾ ਵੀ ਉਹ ਜਿਹੜੀਆਂ ਬੁੱਕਸ ਹੈਗੀਆਂ ਉਹਨਾਂ ਨੂੰ ਬੈਲੈਂਸ ਕਰਨ ਦੇ ਲਈ ਕੀ ਹੈਗਾ ਤੇ ਕਰਜ਼ਾ ਚੱਕ ਕੇ ਅਗਰ ਉਹ ਇਕੋਨਮੀ ਨੂੰ ਬੂਸਟ ਕਰਦੇ ਜਾਂ ਕਿੱਦਾਂ ਕਰਦੇ। ਉਹਨੇ ਆਪਣੇ ਰੇਡੀਓ 4 ਦੇ ਉੱਤੇ ਰੇਚਲ ਰੀਵ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਕਰਜ਼ਾ ਸਾਨੂੰ ਵੀ ਚੱਕਣਾ ਹੀ ਪੈਣਾ ਜਿੱਦਾਂ ਤੁਸੀਂ ਕਿਹਾ ਹੈਗਾ। ਚਲੋ ਆਓ ਹੁਣ ਆਪਾਂ ਬਲਦੇਵ ਜੀ ਦੂਸਰੇ ਪਾਸੇ ਚੱਲਦੇ ਹਾਂ ਕਿ ਜਿਹੜਾ ਰਸ਼ੀਆ ਦੀ ਤੇ ਯੂਕਰੇਨ ਦੀ ਜਿਹੜੀ ਲੜਾਈ ਹੈ ਇਹਦੇ ਨਾਲ ਬੜਾ ਕੁਝ ਹਿਲਜੁਲ ਹੋਈ ਆ। ਭਾਵੇਂ ਇਹ ਪਿਛਲੇ 5-6 ਮਹੀਨੇ ਤੋਂ ਲੜਾਈ ਲੱਗ ਰਹੀ ਹੈ ਜਿਹਦੇ ਤੇ ਆਪਾਂ ਬਹੁਤ ਵਾਰੀ ਗੱਲਬਾਤ ਕਰ ਚੁੱਕੇ ਹਾਂ ਵੀ ਹਾਂ ਇਹਦੇ ਕਾਰਨ ਕੀ ਹੋ ਰਹੇ ਆ ਕਿੱਦਾਂ ਹੈਗੇ ਆ, ਪਰ ਹੁਣ ਜਿਹੜੀ ਰਸ਼ੀਆ ਨੇ ਕਿਹਾ ਹੈਗਾ ਵੀ ਜਿਹੜੇ ਵੀ ਸਾਡੇ ਨੌਜਵਾਨ ਆ ਜਾਂ ਜਿਹੜੇ ਵੀ ਅਵੇਲੇਬਲ ਹੈਗੇ ਆ ਉਹਨਾਂ ਨੂੰ ਆਰਮੀ ਦੇ ਵਿੱਚ ਸੱਦ ਕੇ ਇਹ ਲੜਾਈ ਨੂੰ ਹੋਰ ਤਿੱਖੀ ਕੀਤਾ ਜਾ ਰਿਹਾ ਤੇ ਉਹਦੇ ਉਲਟ ਇਹ ਹੋ ਰਿਹਾ ਵੀ ਰਸ਼ੀਅਨਸ ਆਰ ਲੀਵਿੰਗ देयर ਕੰਟਰੀ ਪਲੇਨ ਦੇ ਰਾਹੀਂ ਜਾਂ ਹੋਰਨਾਂ ਰਾਹੀਂ, ਤੇ ਜਿਹਦੇ ਵਿੱਚੋਂ ਉਹ ਕਹਿ ਰਹੇ ਵੀ ਯੂਕਰੇਨ ਦੇ ਵਿੱਚ ਨਾ ਆਓ ਤੇ ਆਲੇ ਦੁਆਲੇ ਨਾ ਆਓ, ਤੇ ਜਿਹਦੇ ਵਿੱਚ ਇਸ ਵੇਲੇ ਇਹ ਦੇਖਿਆ ਜਾ ਰਿਹਾ ਹੈਗਾ ਕਿ ਇਹ ਲੜਾਈ ਜਿਹੜੀ ਹੈ ਇਹ ਦੀ ਦਿਸ਼ਾ ਜਿਹੜੀ ਹੈ ਬਹੁਤ ਹੋਰ ਪਾਸੇ ਨੂੰ ਜਾ ਰਹੀ ਹੈ। ਕੈਨ ਪੁਟਿਨ ਸਰਵਾਈਵ ਦਿਸ ਜੇ ਪਬਲਿਕ ਉੱਥੇ ਦੀ ਰਸ਼ੀਅਨ ਜਿਹੜੀ ਹੈਗੀ ਆ ਉਹ ਆਰਮੀ ਨੂੰ ਜੁਆਇਨ ਨਹੀਂ ਕਰਨਾ ਚਾਹੁੰਦੇ? ਬਲਦੇਵ ਜੀ। ਬਿਲਕੁਲ ਜੀ। ਦੇਖੋ, ਜੇਕਰ ਜਦੋਂ ਇਹ ਪੁਟਿਨ ਨੇ ਇਹ ਲੜਾਈ ਛੇੜੀ ਵੀ ਆ ਫਰਵਰੀ ਦੇ ਮਹੀਨੇ ਦੇ ਵਿੱਚ, ਉਸ ਵੇਲੇ ਪਹਿਲੇ ਹਫ਼ਤੇ 'ਚ ਲੱਗਦਾ ਇਉਂ ਸੀ ਕਿ ਉਹਨਾਂ ਦਾ ਪਲਾਨ ਸੀ ਕਿ ਦਵਾ-ਦਵ ਅਸੀਂ ਯੂਕਰੇਨ 'ਚ ਜਾਵਾਂਗੇ, ਸਰਕਾਰ ਉੱਥੇ ਦੀ ਬਦਲ ਦੇਵਾਂਗੇ। ਜਿਸ ਤਰ੍ਹਾਂ ਕਿ ਦੇਖੋ ਜਿੰਨੇ ਵੀ ਅਮੀਰ ਮੁਲਕ ਆ ਇਹ ਸਾਰੇ ਇਸ ਤਰ੍ਹਾਂ ਕਰਦੇ। ਅਮਰੀਕਾ ਨੇ ਇਰਾਕ ਦੇ ਵਿੱਚ ਆਪਣੇ ਮਨਮਰਜ਼ੀ ਦੀ ਸਰਕਾਰ ਪੈਦਾ ਕੀਤੀ। ਜਦੋਂ ਇਹ ਅਫਗਾਨਿਸਤਾਨ ਦੇ ਵਿੱਚ ਗਏ ਆ ਤੇ ਉਹ ਪਹਿਲੀ ਸਰਕਾਰ ਨੂੰ ਖਤਮ ਕਰਕੇ ਆਪਣੇ ਜਿਹੜੇ ਹਮਾਇਤੀ ਲੋਕਾਂ ਦੀ ਸਰਕਾਰ ਉੱਥੇ ਬਣਾਈ। ਸੋ ਉਹਦਾ ਵੀ ਖਿਆਲ ਇਹ ਸੀ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਉਹਨਾਂ ਦੀ ਰਾਜਧਾਨੀ ਪਹੁੰਚ ਕੇ ਉਹਨਾਂ ਦੀ ਜਿਹੜੀ ਸਰਕਾਰ ਆ ਉਹਦਾ ਤਖਤਾ ਉਲਟਾ ਕੇ ਆਪਣੇ ਮਨਪਸੰਦ ਜਿਹੜੇ ਕਿ ਥੋੜ੍ਹੇ ਜਿਹੇ ਉਹ ਲੋਕ ਉਹ ਪੋਲੀਟੀਸ਼ੀਅਨ ਅਸੀਂ ਉਹਨਾਂ ਦੀ ਸਰਕਾਰ ਬਣਾਵਾਂਗੇ ਜਿਹੜੇ ਕਿ ਸਾਡੇ ਲਈ ਦੋਸਤਾਨਾ ਰਵੱਈਆ ਰੱਖਣ। ਤੇ ਉਹ ਤੁਹਾਨੂੰ ਪਤਾ ਹੀ ਆ ਕਿ ਪਹਿਲੇ ਹਫ਼ਤੇ 2 ਹਫ਼ਤਿਆਂ ਦੇ ਵਿੱਚ ਉਹ ਗੱਲ ਉਹਨਾਂ ਦੀ ਰੂਸੀਆਂ ਦੀ ਬਣੀ ਨਹੀਂ ਹੈਗੀ। ਕੀਵ ਦੇ ਵਿੱਚ ਜਿਹੜੀ ਕਿ ਯੂਕਰੇਨ ਦੀ ਰਾਜਧਾਨੀ ਆ ਉੱਥੇ ਉਹ ਪਹੁੰਚ ਨਹੀਂ ਸਕੇ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਬਈ ਅਸੀਂ ਤਾਂ ਉਹ ਜਿਹੜੇ 2 ਉਹਨਾਂ ਨੇ ਆਈਡੈਂਟੀਫਾਈ ਕੀਤੇ ਸੀਗੇ ਸਟੇਟਸ ਜਿਹੜੀਆਂ ਸੀਗੀਆਂ ਡੋਨੇਸਕ ਤੇ ਲੋਹਾਂਸਕ, ਕਿ ਬਈ ਉਹਨਾਂ ਦੀ ਅਸੀਂ ਮਦਦ ਕਰਦੇ ਹੈਗੇ ਆ ਕਿ ਸਾਡੀ ਜਿਹੜੀ ਕਨਸੈਂਟਰੇਸ਼ਨ ਆ ਉਹ ਉਧਰ ਨੂੰ ਹੋਏਗੀ ਕਿ ਉਹਨਾਂ ਨੂੰ ਅਸੀਂ ਯੂਕਰੇਨ ਦੀ ਸਰਕਾਰ ਤੋਂ ਆਜ਼ਾਦ ਕਰਾਉਣਾ। ਤੇ ਉਹ ਫੇਰ ਵੀ ਹੋਰ ਤੇ ਹੋਰ ਉਹ ਜਿਹੜੀ ਲੜਾਈ ਸੀਗੀ ਉਹ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਗਈ ਹੈਗੀ।
ਤੇ ਉਹਨਾਂ ਨੂੰ ਜਿਹੜੇ ਇਲਾਕੇ ਉਹਨਾਂ ਨੇ ਯੂਕਰੇਨ ਦੇ ਲਏ ਵੀ ਹੈਗੇ ਆ, ਉਹ ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਹੂੰ, ਹੂੰ, ਲਏ ਆ ਕਿ ਵੀ ਉਹਦੇ ਤੇ ਉਹਨਾਂ ਦਾ ਖਰਚ ਵੀ ਉਹਦਾ ਜਿਹੜਾ ਰੀਜ਼ਨ ਹੈ ਕਿ ਇਹ ਵੀ ਹੈਗਾ ਕਿ ਜਿਹੜੇ ਵੈਸਟਰਨ ਮੁਲਕ ਹੈਗੇ, ਅਮਰੀਕਾ ਹੈਗੇ, ਨੇਟੋ ਦੇ ਜਿਹੜੇ ਮੈਂਬਰ ਹੈਗੇ ਆ, ਉਹਨਾਂ ਨੇ ਧੜਾ ਧੜ ਯੂਕਰੇਨ ਦੇ ਵਿੱਚ ਆਪਣਾ ਜਿਹੜਾ ਅਸਲਾ ਸੀਗਾ ਉਹ ਭੇਜਣਾ ਸ਼ੁਰੂ ਕਰ ਦਿੱਤਾ, ਜਿਹਦੇ ਤੋਂ ਕਿ ਰੂਸ ਦੇ ਲਈ ਉਹ ਆਪਣੇ ਜਿਹੜੇ ਉਹ ਕਹਿੰਦੇ ਆਬਜੈਕਟਿਵ ਸੀਗੇ ਉਹ ਅਚੀਵ ਕਰਨੇ ਜਿਹੜੇ ਸੀਗੇ ਉਹ ਬਹੁਤ ਮੁਸ਼ਕਿਲ ਹੋ ਗਏ। ਹੁਣ ਇਸ ਵੇਲੇ ਸਿਚੁਏਸ਼ਨ ਇਹ ਬਣ ਚੁੱਕੀ ਆ ਕਿ ਬਈ ਉਹ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਸ ਤਰ੍ਹਾਂ ਉਹਨਾਂ ਇਲਾਕਿਆਂ ਦੇ ਵਿੱਚ 3 ਜਾਂ 4 ਸਟੇਟਸ ਜਿਹੜੀਆਂ ਹੈਗੀਆਂ, ਰੀਜਨਸ ਹੈਗੇ ਆ, ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜੀ ਰੈਫਰੈਂਡਮ ਕਰਾਂਗੇ ਕਿ ਉੱਥੇ ਦੇ ਲੋਕਾਂ ਨੂੰ ਪੁੱਛਾਂਗੇ ਕਿ ਤੁਸੀਂ ਰੂਸ ਦਾ ਹਿੱਸਾ ਬਣਨਾ ਚਾਹੁੰਦੇ ਆ ਜਾਂ ਕਿ ਯੂਕਰੇਨ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ। ਹੂੰ, 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 ਦੇਖੋ, ਹੂੰ, ਇਹ ਜਿਹੜੀ ਆ ਨਾ ਇਸ ਤਰ੍ਹਾਂ ਦੀ ਸਲਾਹ ਮਸ਼ਵਰਾ ਉਦੋਂ ਹੁੰਦਾ ਜਦ ਮਾਹੌਲ ਸ਼ਾਂਤੀ ਦਾ ਹੋਵੇ। ਉਧਰੋਂ ਜੀ, ਲੜਾਈ ਜੀ, ਚੱਲ ਰਹੀ ਹੈਗੀ ਆ ਕਿ ਉਹ ਲੋਕ ਜਿਹੜੇ ਆ ਉਹ ਕਿਸ ਤਰ੍ਹਾਂ ਕਹਿ ਸਕਦੇ ਆ ਜੀ ਅਸੀਂ ਰੂਸ ਦੇ ਵਿੱਚ ਨਹੀਂ ਜਾਣਾ ਜਾਂ ਅਸੀਂ ਰੂਸ ਦੇ ਵਿੱਚ ਜਾਣਾ ਹੈਗਾ। ਮੇਰਾ ਖਿਆਲ ਹੈ ਕਿ ਬਈ ਇਹ ਗਲਤ ਸਵਾਲ ਪੁੱਛਿਆ ਜਾ ਰਿਹਾ ਹੈਗਾ ਤੇ ਉਹ ਤੁਸੀਂ ਸਮਝ ਹੀ ਸਕਦੇ ਆ ਕਿ ਉਹ ਸ਼ਾਇਦ ਇਸ ਲਈ ਕਰ ਰਹੇ ਹੈਗੇ ਆ ਕਿ ਯੂਕਰੇਨ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ, ਵੈਸਟਰਨ ਮੁਲਕਾਂ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਕਿ ਅਸੀਂ ਜਿਹੜਾ ਇਲਾਕਾ ਹੁਣ ਤੱਕ ਜਿੱਤਿਆ ਆ ਉਹ ਅਸੀਂ ਯੂਕਰੇਨ ਦਾ ਹਿੱਸਾ ਨਹੀਂ ਰਹਿਣ ਦੇਣਾ, ਅਸੀਂ ਉਹ ਆਪਣੇ ਦੇਸ਼ ਦਾ ਹਿੱਸਾ ਬਣਾ ਲੈਣਾ ਹੈਗਾ ਜੇਕਰ ਤੁਸੀਂ ਇਹ ਲੜਾਈ ਜਾਰੀ ਹੀ ਰੱਖਣੀ ਹੈਗੀ ਆ। ਸੋ ਮੈਂ ਸਮਝਦਾ ਕਿ ਬਈ ਰੂਸੀਆਂ ਵੱਲੋਂ ਇਸ ਹਾਲਾਤ ਨੂੰ ਦੇਖ ਕੇ ਕਈ ਤਰ੍ਹਾਂ ਦੇ ਟ੍ਰਿਕ ਖੇਡੇ ਜਾ ਰਹੇ ਹੈਗੇ ਆ ਕਿ ਬਈ ਕਿਸੇ ਨਾ ਕਿਸ ਤਰ੍ਹਾਂ ਇਹ ਲੜਾਈ ਨੂੰ ਖਤਮ ਕੀਤਾ ਜਾਵੇ। ਪਿਊਤਨ ਨੇ ਇਹ ਵੀ ਕਿਹਾ ਹੈਗਾ ਕਿ ਬਈ ਉਹ ਚਾਹੁੰਦਾ ਕਿ ਇਹ ਲੜਾਈ ਜਿਹੜੀ ਆ ਉਹ ਜਲਦੀ ਤੋਂ ਜਲਦੀ ਖਤਮ ਹੋਵੇ ਔਰ ਲੇਕਿਨ ਜਿਹੜੇ ਨੇਟੋ ਵਾਲੇ ਹੈਗੇ ਆ ਉਹਨਾਂ ਨੇ ਇਹ ਮਹਿਸੂਸ ਕਰ ਲਿਆ ਹੈਗਾ ਕਿ ਬਈ ਹੁਣ ਇਹ ਜਿਹੜੀ ਲੜਾਈ ਆ ਇਹ ਉਹ ਖਤਮ ਨਹੀਂ ਕਰਨਗੇ, ਉਹ ਵੱਧ ਤੋਂ ਵੱਧ ਨੁਕਸਾਨ ਰੂਸੀਆਂ ਦਾ ਕਰਨਾ ਚਾਹੁੰਦੇ ਆ ਇਹਦੇ ਵਿੱਚ ਜਿੰਨਾ ਵੀ ਹੋ ਸਕੇ। ਹਾਂਜੀ। ਜਿਹੜੀ ਮੈਂ ਹੁਣੇ ਗੱਲ ਕਹੀ ਸੀਗੀ ਵੀ ਜਿਹੜੇ ਲੋਕ ਹੁਣ ਆਪਣੇ ਮੁਲਕ ਦੇ ਵਿੱਚ ਇੱਦਾਂ ਹੁੰਦਾ ਹੀ ਆ ਵੀ ਹਾਂਜੀ ਜਿਹੜੇ ਜਵਾਨ ਹੈਗੇ ਆ ਜਾਂ ਮਤਲਬ ਜਿਹੜੀ ਵੀ ਏਜ ਦੇ ਹੈਗੇ ਜਿਹੜੇ ਵਿਲਿੰਗ ਟੂ ਫਾਈਟ, ਜਿਹੜੇ ਹੁਣ ਇਸ ਵੇਲੇ ਇਹਦੇ ਅਗੇਂਸਟ ਹੈਗੇ ਆ ਜਾਂ ਮੁਲਕ ਨੂੰ ਛੱਡ ਰਹੇ ਹੈਗੇ ਆ ਹਫੜਾ ਦਫੜੀ ਦੇ ਵਿੱਚ, ਉਹਨੇ ਜਿਹੜਾ ਵੀਕਐਂਡ ਦੇ ਉੱਤੇ ਇੱਕ ਪੇਪਰ ਜਿਹੜਾ ਲਾਅ ਸਾਈਨ ਕਰ ਦਿੱਤਾ ਹੈਗਾ। ਲੈਟ ਮੀ ਜਸਟ ਰੀਡ ਇਟ। ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਪੁਟਿਨ ਹੈਜ਼ ਸਾਈਨਡ ਅ ਲਾਅ ਔਨ ਸੈਟਰਡੇ which means Russians who desert, refuse to fight, disobey orders or surrender now face 10 years in prison। ਹੁਣ ਜੇ ਮਤਲਬ ਇਹੋ ਜਿਹੀ ਉਹਨਾਂ ਨੇ ਗੱਲ ਕਰਤੀ ਹੈ, ਜੇ ਫਰਜ਼ ਕਰੋ ਉਹ ਬਾਹਰ ਨੂੰ ਜਾਣ ਨਹੀਂ ਦਿੰਦੇ ਤੇ ਉਹਨਾਂ ਨੂੰ ਫੜ ਕੇ ਲਿਆ ਕੇ ਜ਼ਬਰਦਸਤੀ ਉਹਨਾਂ ਨੂੰ ਜੋ ਵੀ ਹੈ ਕਾਨੂੰਨ ਦੇ ਹਿਸਾਬ ਦੇ ਨਾਲ ਵੀ 10 ਸਾਲ ਦੇ ਅੰਦਰ ਜੇਲ੍ਹ ਦੇ ਠੋਕ ਦਿੱਤਾ ਜਾਵੇ ਤੇ ਨਾ ਉਹ ਲੜਨ ਜੋਗੇ ਨਾ ਉਹ ਜਾਣ ਜੋਗੇ, ਫਿਰ ਜੇਲ੍ਹ ਦੇ ਵਿੱਚ ਹੈਗੇ ਉਹ ਹੋਰ ਖਰਚਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮਤਲਬ ਲੋਕਾਂ ਨੂੰ ਇਸ ਚੀਜ਼ ਦੇ ਨਾਲ ਡਰਾਇਆ ਜਾ ਰਿਹਾ ਹੈਗਾ ਵੀ ਬਾਈ ਫੋਰਸ ਉਹ ਜੁਆਇਨ ਕਰਨ, ਵੀ ਉਹ ਜਿਹੜੀ ਯੂਕਰੇਨ ਹੈਗੀ ਉਹਦੇ ਨਾਲ ਉਹ ਨਹੀਂ ਲੜਨਾ ਚਾਹੁੰਦੇ ਹੈਗੇ। ਕੀ ਇਹੋ ਜਿਹੀਆਂ ਮਤਲਬ ਮੁਲਕਾਂ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਹੈਗੀਆਂ ਬਲਦੇਵ ਜੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੰਨੀਆਂ ਹੈਲਥੀ ਨਹੀਂ ਹੈਗੀਆਂ? ਕੀ ਖਿਆਲ ਹੈ ਤੁਹਾਡਾ? ਹਾਂਜੀ, ਬਿਲਕੁਲ ਜੀ। ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਪਿਊਤਨ ਦਾ, ਕਿਉਂਕਿ ਉਹ ਜਿਹੜਾ ਉਹਦਾ ਓਰੀਜਨਲ ਪ੍ਰੋਗਰਾਮ ਸੀਗਾ ਉਹ ਵਰਕਆਊਟ ਨਹੀਂ ਹੋ ਸਕਿਆ। ਉਹ ਪੋਲੀਟੀਕਲ ਤੇ ਮਿਲਟਰੀ ਪੱਖੋਂ ਇੱਕ ਬਹੁਤ ਕੜਿੱਕੀ ਦੇ ਵਿੱਚ ਫਸ ਗਏ ਹੈਗੇ ਆ ਕਿ ਬਈ ਇਹਦੇ ਵਿੱਚੋਂ ਜਿਹੜੀ ਇਹ ਲੜਾਈ ਸ਼ੁਰੂ ਹੋਈ ਹੈਗੀ ਆ ਯੂਕਰੇਨ ਦੀ, ਇਹਦਾ ਹੱਲ ਕਿਸ ਤਰ੍ਹਾਂ ਕੱਢਿਆ ਜਾਵੇ। ਜਿਹੜੇ ਯੂਕਰੇਨੀ ਹੈਗੇ ਆ ਉਹ ਪਹਿਲੋਂ ਪਹਿਲ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਵੀ ਉਹ ਗੱਲਬਾਤ ਦੇ ਜ਼ਰੀਏ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੁੰਣਗੇ, ਲੇਕਿਨ ਹੁਣ ਉਹ ਵੀ ਥੋੜ੍ਹੇ ਜਿਹੇ ਭਾਰੇ ਹੋ ਗਏ ਆ ਕਿਉਂਕਿ ਉਹਨਾਂ ਨੇ ਦੇਖ ਲਿਆ ਹੈਗਾ ਕਿ ਬਈ ਮਿਲਟਰੀ ਪੱਧਰ ਤੇ ਰੂਸੀਆਂ ਦਾ ਕਾਫੀ ਨੁਕਸਾਨ ਹੋਇਆ ਹੈਗਾ ਤੇ ਉਹ ਕਿਸੇ ਨਾ ਕਿਸ ਤਰ੍ਹਾਂ ਗੱਲਬਾਤ ਦੇ ਜ਼ਰੀਏ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੁੰਦੇ ਆ, ਲੇਕਿਨ ਯੂਕਰੇਨੀਅਨ ਕਹਿ ਰਹੇ ਆ ਕਿ ਬਈ ਅਸੀਂ ਹਜੇ ਇਹ ਰੈਡੀ ਨਹੀਂ ਹੈਗੇ। ਤੇ ਆ ਜਿਹੜੀ ਆ ਨਵੀਂ ਰਿਕਰੂਟਮੈਂਟ ਦੀ ਰੂਸ ਦੇ ਵਿੱਚ ਗੱਲ ਜਿਹੜੀ ਤੁਸੀਂ ਕਿਹਾ ਹੀ ਹੈਗਾ ਕਿ ਉਹਨੇ ਇੱਕ ਕਿਸਮ ਦਾ ਕਾਨੂੰਨ ਪਾਸ ਕਰ ਦਿੱਤਾ ਪਿਊਤਨ ਨੇ, ਤੇ ਇਹ ਤੋਂ ਇਹੀ ਲੱਗਦਾ ਹੈਗਾ ਕਿ ਉਹਨਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਹੈਗੀਆਂ ਕਿ ਬਈ ਉਹ ਜਿਹੜੀ ਇਹ ਲੜਾਈ ਹੈਗੀ ਆ ਇਸ ਤਰ੍ਹਾਂ ਇਸ ਨੂੰ ਜਾਰੀ ਕਿਸ ਤਰ੍ਹਾਂ ਰੱਖ ਸਕਦੇ ਆ।
ਕਿ ਜਦੋਂ ਵੀ ਲੜਾਈ ਹੁੰਦੀ ਆ, ਉਹਦੇ ਵਿਰੋਧੀ ਤਾਂ ਜ਼ਰੂਰ ਹੁੰਦੇ ਹੀ ਹੁੰਦੇ ਹੈਗੇ ਆ। ਔਰ ਜਿਹੜੇ ਰੂਸ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਇਹ ਕੋਈ ਅਚੰਭਾ ਨਹੀਂ ਹੈਗਾ। ਤੁਹਾਨੂੰ ਪਤਾ ਹੈ ਕਿ ਅਮਰੀਕਾ ਵਾਲੇ ਜਦੋਂ ਲੜਾਈ ਲੜਦੇ ਆ ਜਾਂ ਯੂਕੇ ਵਾਲੇ ਕਿਤੇ, ਬਈ ਇਹ ਤੁਹਾਨੂੰ ਪਤਾ ਕਿ ਬਈ ਜਦੋਂ ਇਹ ਇਰਾਕ ਦੀ ਲੜਾਈ ਦੇ ਵਿੱਚ ਇਹਨਾਂ ਦੀਆਂ ਫੌਜਾਂ ਗਈਆਂ ਸੀ, ਇੱਥੇ ਵੀ ਬਹੁਤ ਮੁਜ਼ਾਹਰੇ ਹੋਏ ਸੀਗੇ, ਤੇ ਇਹ ਤਾਂ ਹੁੰਦੇ ਹੀ ਰਹਿਣੇ ਆ। ਲੇਕਿਨ Yeah. ਉਹਨਾਂ ਨੂੰ ਮੁਸ਼ਕਲ ਜ਼ਰੂਰ ਆ ਰਹੀ ਹੈਗੀ ਆ, ਤੇ ਇਹ ਜਿਹੜੀ ਮੁਸ਼ਕਿਲ ਆ, ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਹੀ ਹੈਗਾ ਕਿ ਕੀ ਇਹ ਪਿਊਤਨ ਦੇ ਲਈ ਬਹੁਤ ਖਤਰਾ ਹੋ ਸਕਦੀ ਹੈ, ਇਹਦੇ ਤੇ ਉਹਦੇ ਲਈ ਬਹੁਤ ਖਤਰਾ ਜ਼ਿਆਦਾ ਬਣ ਵੀ ਸਕਦਾ। ਹਾਂਜੀ। ਤੇ ਜਿਹੜਾ ਲਾਸਟ ਇਸੇ ਹੀ ਜਿਹੜੀ ਮਤਲਬ ਲੜਾਈ ਹੈ ਤੇ ਪੁਆਇੰਟ ਜਿਹੜਾ ਲਾਸਟ ਇੱਕ ਹੋਰ ਆਈ ਸੀ, ਖਬਰ ਉਹ ਆਈ ਸੀ ਵੀ ਯੂਕਰੇਨ ਜਿਹੜੀ ਵਾਰ ਹੈਗੀ ਆ, ਕੁਡ ਰਸ਼ੀਆ ਯੂਜ਼ ਟੈਕਟੀਕਲ ਨਿਊਕਲੀਅਰ ਵੈਪਨਸ। ਜਿਹੜੇ ਟੈਕਟੀਕਲ ਨਿਊਕਲੀਅਰ ਵੈਪਨਸ ਹੈਗੇ ਆ, ਇਹਦੇ ਤੇ ਕਿਉਂਕਿ ਵਿਗਿਆਨਕ ਤੌਰ ਤੇ ਤੁਸੀਂ ਇਸ ਚੀਜ਼ ਤੇ ਜ਼ਿਆਦਾ ਮੇਰੇ ਨਾਲੋਂ ਜਾਣਦੇ ਹੋ, ਤੇ ਉਹ ਕੀ ਇਹੋ ਜਿਹੀ ਚੀਜ਼ ਜਿਹੜੀ ਹੈਗੀ ਆ ਉਹ ਯੂਜ਼ ਕਰੇਗਾ, ਕਿ ਇਹ ਜਿਹੜੀ ਵੈਸਟ ਨੂੰ ਭੜਕਾਉਣ ਦੀ ਗੱਲ ਹੈਗੀ ਹੈ ਜਾਂ ਇਹ ਡਰਾਵਾ ਹੀ ਹੈ? ਜੇ ਉਹ ਇਹੋ ਜਿਹੇ ਜਿਹੜੇ ਵੈਪਨਸ ਹੈਗੇ ਯੂਜ਼ ਕਰੇ, ਤੇ ਮੇਰੇ ਖਿਆਲ ਜਿਹੜੇ ਟੈਕਟੀਕਲ ਨਿਊਕਲੀਅਰ ਵੈਪਨਸ ਹੈਗੇ ਆ, ਦੇ ਆਰ weapons are small nuclear warheads and delivery system intended to use on the battlefield। ਇਹ ਜਿਹੜੀ ਮਤਲਬ ਹੈਗੀ ਵੀ ਲਿਮਿਟਿਡ ਸਟ੍ਰਾਈਕ ਦੇ ਤੌਰ ਤੇ, ਪਰ ਜਿਹੜਾ ਨੁਕਸਾਨ ਹੈ ਉਹ ਤਾਂ ਆਮ ਜਿਹੜੇ ਵੈਪਨਸ ਉਹਨਾਂ ਨਾਲੋਂ ਜ਼ਿਆਦਾ ਕਰੇਗੀ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਉਹ ਬਿਲਕੁਲ ਜੀ। ਦੇਖੋ, ਤੁਹਾਨੂੰ ਯਾਦ ਹੋਏਗਾ ਕਿ ਤੁਸੀਂ ਪੜ੍ਹਿਆ ਵੀ ਹੋਣਾ, ਚਲੋ ਉਸ ਵੇਲੇ ਆਪਾਂ ਤਾਂ ਹੈ ਨਹੀਂ ਸੀਗੇ, ਕਿ ਜਦੋਂ ਅਮਰੀਕਾ ਨੇ ਸੈਕੰਡ ਵਰਲਡ ਵਾਰ ਦੇ ਦੌਰਾਨ ਦੇਖਿਆ ਕਿ ਜਾਪਾਨ ਦਾ ਜਿਹੜਾ ਹੱਥ ਆ ਉਹ ਉੱਪਰ ਜਾ ਰਿਹਾ ਹੈਗਾ, ਤੇ ਉਹਨਾਂ ਨੇ ਵੀ ਜਿਹੜਾ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਤਬਾਹ ਕੀਤਾ ਸੀਗਾ ਨਿਊਕਲੀਅਰ ਹਥਿਆਰ ਵਰਤ ਕੇ, ਉਹ ਇਸੇ ਲਈ ਕੀਤਾ ਸੀਗਾ ਕਿ ਅਮਰੀਕਾ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਹਾਰ ਹੋ ਰਹੀ ਆ, ਕਿਉਂਕਿ ਉਹਨਾਂ ਦੇ ਕੋਲ ਉਸ ਵੇਲੇ ਨਿਊਕਲੀਅਰ ਹਥਿਆਰ ਸੀਗੇ, ਤੇ ਉਹਨਾਂ ਨੇ ਉਹ ਵਰਤ ਲਏ ਤਾਂ ਦੋ ਜਿਹੜੇ ਸ਼ਹਿਰ ਸੀਗੇ ਉਹ ਬਿਲਕੁਲ ਹੀ ਤਬਾਹ ਕਰ ਦਿੱਤੇ ਸੀਗੇ। ਹੁਣ ਪਿਊਤਨ ਨੇ ਵੀ ਇਹੀ ਕਿਹਾ ਹੈਗਾ ਕਿ ਜੇਕਰ ਜੇ ਵੈਸਟਰਨ ਜਿਹੜੇ ਲੋਕ ਹੈਗੇ ਆ, ਦੇਸ਼ ਹੈਗੇ ਆ, ਜਿਹੜੇ ਯੂਕਰੇਨ ਨੂੰ ਹਥਿਆਰ ਦੇ ਰਹੇ ਹੈਗੇ ਆ ਧੜਾ ਧੜ, ਉਹਨੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈਗਾ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਕਰਨਾ, ਕਿ ਲੜਾਈ ਨੂੰ ਹੋਰ ਲੰਬੀ ਕਰਨਾ ਹੈਗਾ, ਤੇ ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਸਾਡੇ ਕੋਲ ਜੋ ਵੀ ਹਥਿਆਰ ਹੈਗੇ ਆ ਅਸੀਂ ਉਹ ਵਰਤਾਂਗੇ। ਔਰ ਉਹਨਾਂ ਨੇ ਇਹਦੇ ਤੋਂ ਇਹ ਵੀ ਕੀਤਾ ਜਾ ਰਿਹਾ, ਉਹਨੇ ਨਾਲ ਇਹ ਵੀ ਕਿਹਾ ਸੀਗਾ ਕਿ ਇਹ ਨਾ ਸਮਝਣਾ ਕਿ ਮੈਂ ਇਹ ਬਲਫ ਕਰਦਾ ਹੈਗਾ, ਕਿ ਅਸੀਂ ਜ਼ਰੂਰ ਵਰਤਾਂਗੇ। ਅੱਛਾ, ਉਹ ਟੈਕਟੀਕਲ ਜਿਹੜੇ ਵੈਪਨਸ ਹੈਗੇ ਆ, ਉਹ ਇਹ ਨਹੀਂ ਹੈਗਾ ਕਿ ਬਈ ਉਹ ਯੂਕਰੇਨ ਦੇ ਕਿਸੇ ਸ਼ਹਿਰ ਨੂੰ ਬਿਲਕੁਲ ਹੀ ਉਹਦੀ ਰਾਖ ਬਣਾ ਦੇਣਗੇ, ਕਿ ਉਹ ਏਡੇ ਵੱਡੇ ਹਥਿਆਰ ਵਰਤਣਗੇ ਜਿਸ ਤਰ੍ਹਾਂ ਅਮਰੀਕਾ ਵਾਲਿਆਂ ਨੇ ਕੀਤਾ ਸੀਗਾ ਹੀਰੋਸ਼ੀਮਾ ਤੇ ਨਾਗਾਸਾਕੀ ਤੇ। ਉਹ ਕਹਿੰਦੇ ਆ ਕਿ ਬਈ ਅਸੀਂ ਜਿਹੜੀ ਲੋਕਲ ਲੜਾਈ ਹੋ ਰਹੀ ਆ, ਉਹਦੇ ਤੇ ਜਿਹੜੀਆਂ ਯੂਕਰੇਨ ਦੀਆਂ ਫੌਜਾਂ, ਉਹਨਾਂ ਦੀ ਤਬਾਹੀ ਕਰਨ ਦੇ ਲਈ ਬਹੁਤ ਛੋਟਾ ਨਿਊਕਲੀਅਰ ਡਿਵਾਈਸ ਅਸੀਂ ਵਰਤ ਸਕਦੇ ਹੈਗੇ, ਜਿਹਨੂੰ ਕਿ ਉਹ ਟੈਕਟੀਕਲ ਨਿਊਕਲੀਅਰ ਵੈਪਨ ਉਹਨੂੰ ਕਹਿੰਦੇ ਹੈਗੇ ਆ, ਕਿ ਅਸੀਂ ਤੁਹਾਡੇ ਸ਼ਹਿਰ ਤਾਂ ਨਹੀਂ ਤਬਾਹ ਕਰਾਂਗੇ, ਲੇਕਿਨ ਜਿਹੜੇ ਤੁਹਾਡੇ ਫੌਜੀ ਅੱਡੇ ਹੈਗੇ ਆ, ਉਹਨਾਂ ਨੂੰ ਉਸ ਨਿਊਕਲੀਅਰ ਹਥਿਆਰਾਂ ਦੇ ਨਾਲ ਅਸੀਂ ਤਬਾਹ ਕਰਨ ਦਾ ਹੱਕ ਰੱਖਦੇ ਹੈਗੇ ਆ। ਸੋ ਇਹਦੇ ਤੋਂ ਬੜੇ ਖਤਰੇ ਵਾਲੀ ਗੱਲ ਹੈਗੀ ਆ ਕਿ ਬਈ ਇਹ ਹੌਲੀ ਹੌਲੀ ਇਹ ਜਿਹੜੀ ਲੜਾਈ ਹੈਗੀ ਆ, ਕਿਤੇ ਵਿਸ਼ਵ ਯੁੱਧ ਦੀ ਸ਼ਕਲ ਨਾਲ ਧਾਰਨਾ ਕਰ ਲਵੇ, ਕਿ ਜੇਕਰ ਰੂਸੀਆਂ ਨੇ ਉਹ ਨਿਊਕਲੀਅਰ ਡਿਵਾਈਸ ਵਰਤਿਆ, ਤੇ ਕੀ ਜਿਹੜੇ ਪੱਛਮ ਦੇ ਮੁਲਕ ਹੈਗੇ ਜਾਂ ਨੇਟੋ ਦੇ ਜਿਹੜੇ ਮੈਂਬਰ ਹੈਗੇ ਆ, ਕੀ ਉਹ ਵੀ ਇਸ ਤਰ੍ਹਾਂ ਦਾ ਕਦਮ ਲੈ ਸਕਦੇ ਆ ਕਿ ਕੀ ਉਹ ਵੀ ਯੂਕਰੇਨ ਨੂੰ ਕੋਈ ਨਿਊਕਲੀਅਰ ਹਥਿਆਰ ਦੇ ਦੇਣਗੇ ਵੀ ਤੁਸੀਂ ਆਹ ਵਰਤ ਲਓ, ਤੇ ਉਹਦੇ ਨਾਲ ਫਿਰ ਜਿਹੜੀ ਆ ਖਾਤਮਾ ਕਿੱਥੇ ਤੱਕ ਹੋਵੇਗਾ, ਕਿ ਕੀ ਅਸੀਂ ਸੱਚਮੁੱਚ ਹੀ ਨਿਊਕਲੀਅਰ ਵਾਰ ਦੀਆਂ ਸ਼ੁਰੂਆਤ ਦੇਖ ਰਹੇ ਹਾਂ? ਰੱਬ ਕਰੇ ਕਿ ਐਸਾ ਨਾ ਹੀ ਹੋਵੇ, ਤੇ ਨਾ ਹੀ ਰੂਸੀਆਂ ਨੂੰ ਉਹ ਮਜਬੂਰ ਹੋ ਕੇ ਵਰਤਣੇ ਪੈਣ, ਔਰ ਦੁਨੀਆ ਨੂੰ ਇਹ ਸੋਚਣਾ ਪਊਗਾ ਕਿ ਇਹ ਜਿਹੜੀ ਇੱਕ ਦੂਸਰੇ ਦੇ ਨਾਲ ਖੁੰਦਕਬਾਜ਼ੀ ਹੁੰਦੀ ਆ ਹਮੇਸ਼ਾ, ਉਹਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ। ਹਾਂਜੀ। ਪਰ ਇਹ ਦੱਸਿਆ ਜਾ ਰਿਹਾ ਹੈ, ਕਿਉਂਕਿ ਜਿੱਦਾਂ ਆਪਣੇ ਕੋਲ ਜਿਹੜੀਆਂ ਰਿਪੋਰਟਾਂ ਆਪਾਂ ਪੜ੍ਹਦੇ ਹਾਂ ਪ੍ਰੋਗਰਾਮ ਕਰਨ ਦੇ ਲਈ, ਰਸ਼ੀਆ ਦੇ ਕੋਲ ਤਕਰੀਬਨ ਦੱਸਿਆ ਜਾਂਦਾ ਹੈ ਕਿ 2000 ਇਹੋ ਜਿਹਾ ਟੈਕਟੀਕਲ ਨਿਊਕਲੀਅਰ ਵੈਪਨਸ ਹੈਗੇ ਆ, ਜਿਹੜੇ ਮਤਲਬ ਉਹ
ਵਰਤ ਸਕਦੇ ਹੈਗੇ ਆ, ਕਿਉਂਕਿ ਜਿੱਦਾਂ ਤੁਸੀਂ ਕਿਹਾ ਹੈਗਾ ਵੀ ਉਹ ਇਸ ਨੌਬਤ 'ਤੇ ਨਾ ਹੀ ਆਉਣ ਤੇ ਚੰਗੀ ਗੱਲ ਹੈਗੀ ਹੈ, ਕਿਉਂਕਿ ਰਿਟੈਲੀਏਸ਼ਨ ਜਿਹੜੀ ਆ ਉਹ ਬਹੁਤ ਖਤਰਨਾਕ ਹੁੰਦੀ ਆ ਅਗਰ ਇਹ ਵਰਤਦੇ ਆ। ਤੇ ਜੇ ਨੇਟੋ ਵਾਲੇ ਜਾਂ ਕੋਈ ਯੂਕਰੇਨ ਨੂੰ ਵੀ ਇਹੋ ਜਿਹੇ ਹਥਿਆਰ ਦੇ ਦਿੰਦੇ ਆ, ਤੇ ਫਿਰ ਜਦੋਂ ਇਹ ਵਾਰ ਫੇਰ ਸ਼ੁਰੂ ਹੋ ਜਾਂਦਾ ਤਾਂ ਉਹਦੇ ਵਿੱਚ ਫਿਰ ਜਿੱਦਾਂ ਹੁੰਦੇ ਆ, ਕਹਿੰਦੇ ਹੁੰਦੇ ਵੀ ਇੱਕੋ ਜਿਹਾ ਨੂੰ ਭੱਜਿਆਂ ਨੂੰ ਬਾਅਦ ਜਿੱਦਾਂ ਕਹਿੰਦੇ ਹੁੰਦੇ ਇੱਕੋ ਜਿਹਾ ਹੀ ਆ, ਫਿਰ ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਖਤਰਾ ਹੈਗਾ। ਉਹ ਸਿਰਫ ਇਹ ਲੜਾਈ ਜਿਹੜੀ ਹੈਗੀ ਆ ਯੂਕਰੇਨ ਔਰ ਰਸ਼ੀਆ ਦੇ ਦਰਮਿਆਨ ਹੀ ਨਹੀਂ, ਉਹ ਅੱਗੇ ਵੀ ਵੱਧ ਸਕਦੀ ਹੈਗੀ ਆ। ਜਾਣੀ ਇਹ ਚੀਜ਼ ਨੂੰ ਸਾਨੂੰ ਬੜੇ ਧਿਆਨ ਵੱਲ ਰੱਖਣਾ ਪਏਗਾ। ਹਾਂਜੀ ਬਿਲਕੁਲ ਜੀ, ਇਹ ਬਹੁਤ ਇਸ ਵੇਲੇ ਜਿਹੜਾ ਮਾਹੌਲ ਬਣਿਆ ਆ ਬਹੁਤ ਹੀ ਅੰਤਰਰਾਸ਼ਟਰੀ ਸ਼ਾਂਤੀ ਦੇ ਲਈ ਬਹੁਤ ਹੀ ਖਤਰਨਾਕ ਹੈਗਾ। ਹਰ ਇੱਕ ਮੁਲਕ ਨੂੰ ਮੈਂ ਤਾਂ ਕਹੂੰਗਾ ਇਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹਨਾਂ ਦੋਨਾਂ ਦੇ ਵਿੱਚ ਪੈ ਕੇ, ਰੂਸ ਦੇ ਤੇ ਯੂਕਰੇਨ ਦੇ, ਕਿ ਬਈ ਤੁਹਾਡੀ ਸਮੱਸਿਆ ਕੀ ਹੈਗੀ ਆ, ਵਿੱਚ ਬਹਿ ਕੇ ਉਹਨਾਂ ਦੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਲੱਭਣ ਦੀ ਲੋੜ ਹੈਗੀ ਆ, ਨਾ ਕਿ ਇੱਕ ਦੂਸਰੇ ਨੂੰ ਹਥਿਆਰ ਦੇ ਕੇ ਤੇ ਉਹਨਾਂ ਨੂੰ ਚਮਕਾਉਣ ਦੀ ਲੋੜ ਹੈਗੀ ਆ। ਕਿਉਂਕਿ ਇਹ ਖਤਰਾ ਜਿਹੜਾ ਆ ਇਹ ਬਹੁਤ ਛੋਟਾ ਖਤਰਾ ਨਹੀਂ ਹੈਗਾ। ਇਹ ਨਹੀਂ ਹੈਗਾ ਕਿ ਬਈ ਚਲੋ ਹੌਲੀ-ਹੌਲੀ ਆਪਸ ਵਿੱਚ ਹੀ ਲੜਦੇ ਰਹਿਣ, ਥੱਕ ਕੇ ਆਪੇ ਹੀ ਹਟ ਜਾਣਗੇ। ਬਿਲਕੁਲ ਇਹੋ ਜਿਹਾ ਨਹੀਂ ਹੋਣਾ ਕਿ ਇਹਦੇ ਵਿੱਚ ਜਿਹੜੀ ਆ ਨਿਊਕਲੀਅਰ ਹਥਿਆਰਾਂ ਦਾ ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਹੈਗਾ। ਔਰ ਕਿਉਂਕਿ ਰੂਸੀ ਜਿਹੜੇ ਆ ਬਹੁਤ ਵੱਡੀ ਨਿਊਕਲੀਅਰ ਤਾਕਤ ਹੈਗੀ ਆ, ਉਹ ਆਪਣੀ ਜਿਹੜੀ ਹਾਰ ਆ ਉਹ ਕਦੇ ਵੀ ਮਨਜ਼ੂਰ ਨਹੀਂ ਕਰਨਗੇ। ਇਸ ਲਈ ਮੈਂ ਕਹੂੰਗਾ ਕਿ ਬਾਕੀ ਦੁਨੀਆ ਦੇ ਮੁਲਕਾਂ ਨੂੰ ਇਕੱਠੇ ਹੋ ਕੇ ਇਹ ਕਹਿਣਾ ਚਾਹੀਦਾ ਕਿ ਬਈ ਇਸ ਦਾ ਸ਼ਾਂਤੀਪੂਰਵਕ ਜਿਹੜਾ ਹੱਲ ਆ ਉਹ ਕਿਸ ਤਰ੍ਹਾਂ ਲੱਭਿਆ ਜਾ ਸਕਦਾ ਹੈਗਾ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਬਲਦੇਵ ਜੀ। ਇੱਕ ਦੋ ਤਿੰਨ ਮਤਲਬ ਜਿਹੜੀਆਂ ਗੱਲਾਂ ਡਿਸਟਰਬੈਂਸ ਜਿਹੜੀਆਂ ਆ ਰਹੀਆਂ ਹੈਗੀਆਂ, ਇੱਕ ਕੈਨੇਡਾ ਤੋਂ ਵੀ ਆ ਰਹੀ ਹੈ ਕਿ ਉੱਥੋਂ ਦੇ ਕੁਛ ਇੱਕ ਦੋ ਸ਼ਹਿਰਾਂ ਦੇ ਵਿੱਚ ਮਤਲਬ ਆਪਸ ਵਿੱਚ ਹੀ ਪੰਜਾਬੀ ਹੀ ਲੋਕਾਂ ਦੀ ਹਫੜਾ ਦਫੜੀ, ਜਿਹਦੇ ਨਾਲ ਉੱਥੋਂ ਲੋਕ ਡਿਪੋਰਟ ਕੀਤੇ ਗਏ ਹਨ। ਤੇ ਹੁਣ ਜੇ ਆ ਕੇ ਆਪਾਂ ਕਲੋਜ਼ ਟੂ ਹੋਮ ਜਿਹੜੇ ਲੈਸਟਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹਫੜਾ ਦਫੜੀ ਹੋਈ ਆ, ਲੜਾਈ ਹੋਈ ਆ, ਅਨਰੈਸਟ ਇਨ ਦ ਸਟਰੀਟਸ ਹੋਈ ਆ, ਤੇ ਜਿਹੜਾ ਉਹਦਾ ਕਾਰਨ ਸਿਰਫ ਦੱਸਿਆ ਇਹ ਜਾ ਰਿਹਾ ਵੀ ਜਿਹੜਾ ਏਸ਼ੀਆ ਕੱਪ ਸੀਗਾ ਦੁਬਈ ਦੇ ਵਿੱਚ, ਮੈਚ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਉਹਦੇ ਤੋਂ ਇਹ ਜਾਣੀ ਗੱਲ ਫਲੇਅਰ ਅਪ ਜਿਹੜੀ ਹੋਈ ਹੈਗੀ ਆ। ਕਿਉਂਕਿ ਜੇ ਇਹ ਮੈਚਾਂ ਤੋਂ ਇਹ ਗੱਲ ਤੇ ਫਲੇਅਰ ਅਪ ਹੋਣੀ ਹੈ, ਤੇ ਇਹ ਕੋਈ ਬਹੁਤੀ ਸ਼ਾਂਤੀ ਜਿਹੜੀ ਹੈਗੀ ਆ ਉਹਨੂੰ ਬਣਾਈ ਰੱਖਣ ਦੀ ਬਜਾਏ ਉਹਨੂੰ ਭੰਗ ਕਰਨਾ, ਤੇ ਉਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ। ਮੈਂ ਇਹਦੇ ਨਾਲ ਤੁਹਾਡੇ ਜਵਾਬ ਤੋਂ ਪਹਿਲਾਂ ਇਹਦੇ ਨਾਲ ਮੈਂ ਕਹਿੰਦਾ ਜਾਵਾਂ, ਮੈਂ ਇੱਕ ਦੋ ਵੀਡੀਓ ਦੇਖੀਆਂ, ਹੈਰਾਨ ਮੈਂ ਇਸ ਗੱਲ ਤੋਂ ਆ ਵੀ ਇਹ ਲੋਕ ਬਾਹਰ ਲੜ ਰਹੇ ਆ, ਤੇ ਜਿਹੜੇ ਇੰਡੀਆ ਤੇ ਔਰ ਪਾਕਿਸਤਾਨ ਦੇ ਟੀਮ ਦੇ ਜਿਹੜੇ ਬੰਦੇ ਆਪਸ ਵਿੱਚ ਉਹ ਕਹਿੰਦੇ ਆ ਵੀ ਅਸੀਂ ਮੈਚ ਤੋਂ ਬਾਅਦ ਪਹਿਲਾਂ ਬੜੇ ਇੱਕ ਦੂਜੇ ਨੂੰ ਮਿਲਦੇ ਹੈਗੇ ਆ, ਆਉਣੀ ਜਾਣੀ ਆ, ਅਸੀਂ ਖਾਣਾ ਵੀ ਇਕੱਠੇ ਬਹਿ ਕੇ ਖਾਂਦੇ ਆ। ਜਿਹੜਾ ਕਹਿੰਦਾ ਮੈਚ ਆਪਣੇ ਤੇ ਆ, ਅਸੀਂ ਆਪਣੇ ਮੁਲਕ ਨੂੰ ਡਿਫੈਂਡ ਕਰਨਾ, ਦੂਏ ਨੇ ਆਪਣੇ ਮੁਲਕ ਨੂੰ ਡਿਫੈਂਡ ਕਰਨਾ। ਤੇ ਜੇ ਉਹਨਾਂ ਦੇ ਵਿੱਚ ਇਹੋ ਜਿਹੀ ਕੋਈ ਕਸ਼ਮਕਸ਼ ਨਹੀਂ, ਚਲੋ ਇੱਕ ਅੱਧੀ ਤਾਂ ਰਾਈਵਲਰੀ ਹੁੰਦੀ ਹੈ, ਪਲੇਅਰਾਂ ਦੇ ਵਿੱਚ ਵੀ ਹੁੰਦੀ ਹੈ, ਐਸੀ ਗੱਲ ਨਹੀਂ, ਉਹ ਆਪਸ ਵਿੱਚ ਹੀ ਆਪਣੇ ਮੁਲਕਾਂ ਦੇ ਵਿੱਚ ਵੀ ਹੁੰਦੀ ਹੈ। ਪਰ ਜਦੋਂ ਇਹੋ ਜਿਹੀ ਚੀਜ਼ ਨੂੰ ਲੈ ਕੇ ਲੈਸਟਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਮਤਲਬ ਬਾਹਰੋਂ ਜਾ ਕੇ ਦੱਸਿਆ, ਜਿਹੜਾ ਜੋ ਦੱਸਿਆ ਜਾ ਰਿਹਾ ਹੈ, ਕੁਝ ਲੰਡਨ ਤੋਂ, ਕੁਝ ਬਰਮਿੰਘਮ ਤੋਂ, ਜੋ ਆਲੇ ਦੁਆਲੇ ਲੋਕ ਜਾ ਕੇ ਉੱਤੇ ਇਸ ਚੀਜ਼ ਨੂੰ ਫਲੇਅਰ ਅਪ ਕਰ ਰਹੇ ਹੈਗੇ ਆ ਆਉਣ ਵਾਲੇ ਸਮੇਂ ਦੇ ਲਈ। ਕਿਉਂਕਿ ਇੱਥੋਂ ਦੇ ਆਪਾਂ ਹੁਣ ਵਸਿੰਦੇ ਆ, ਇੱਥੋਂ ਦੀ ਨਾਗਰਿਕਤਾ ਅਸੀਂ ਉਹ ਲੈ ਚੁੱਕੇ ਹੈਗੇ ਆ। ਇਹੋ ਜਿਹੀ ਚੀਜ਼ ਨੂੰ ਲੈ ਕੇ ਸੜਕਾਂ ਦੇ ਉੱਤੇ ਲਿਆ ਕੇ ਫਲੇਅਰ ਅਪ ਕਰਨਾ, ਇਹ ਕੋਈ ਬਹੁਤ ਵਧੀਆ ਗੱਲ ਨਹੀਂ, ਤੇ ਇਹਨੂੰ ਤੇ ਅਸੀਂ ਕੰਡੈਮ ਹੀ ਕਰਾਂਗੇ। ਤੇ ਤੁਸੀਂ ਇਹਦੇ ਬਾਰੇ ਜਿੰਨਾ ਵੀ ਪੜ੍ਹਿਆ ਲਿਖਿਆ ਹੈਗਾ ਜਾਂ ਦੇਖਿਆ ਹੈਗਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਸਤੁਲ ਜੀ, ਜੋ ਕੁਝ ਵੀ ਹੁਣ ਤੱਕ ਕਿਹਾ ਜਾ ਰਿਹਾ ਹੈਗਾ ਲੈਸਟਰ ਦੇ ਜਿਹੜੀ ਗੜਬੜ ਹੋਈ ਹੈਗੀ ਆ, ਉਹਦੇ ਨਾਲ ਕੁਝ ਸਪਸ਼ਟ ਨਹੀਂ ਹੋ ਰਿਹਾ ਕਿ ਇਹਦੇ ਪਿੱਛੇ ਜਿਹੜੇ ਕਾਰਨ ਕੀ ਹੈਗੇ ਆ। ਕਈ ਕਹਿ ਰਹੇ ਆ ਕਿ ਬਈ ਜਿਹੜਾ ਕ੍ਰਿਕਟ ਦਾ ਮੈਚ ਸੀਗਾ ਉਹਦੇ ਕਰਕੇ ਹੋਇਆ ਹੈਗਾ ਕਿ ਬਈ ਕਿਉਂਕਿ ਜਦੋਂ ਭਾਰਤੀਆਂ ਨੇ ਕ੍ਰਿਕਟ ਦਾ ਮੈਚ ਪਾਕਿਸਤਾਨ ਦੇ ਵਿਰੁੱਧ ਜਿੱਤਿਆ ਹੈਗਾ, ਕਿ ਕਈ ਭਾਰਤੀਆਂ ਨੇ ਲੈਸਟਰ ਦੇ ਵਿੱਚ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ, ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਲੇਕਿਨ ਜਿਹੜੇ ਮੈਚ ਹੈਗੇ ਆ ਕ੍ਰਿਕਟ ਦੇ ਮੈਚ, ਇਹ ਇੱਕ ਵਾਰੀ ਦੀ ਤਾਂ ਗੱਲ ਨਹੀਂ ਹੈਗੀ। ਇਹ ਤਾਂ ਬਹੁਤ ਸਾਲਾਂ ਤੋਂ ਆਪਸ ਵਿੱਚ ਹੀ ਭਾਰਤ ਤੇ ਪਾਕਿਸਤਾਨ ਖੇਡਦੇ ਆ ਰਹੇ ਆ, ਜਿੱਤਦੇ ਵੀ ਆ ਰਹੇ, ਹਾਰਦੇ ਵੀ ਰਹੇ ਹੈਗੇ ਆ। ਲੇਕਿਨ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਕਦੇ ਵੀ
ਜਿਹੜੀ ਗੜਬੜ ਹੈਗੀ ਆ ਯੂਕੇ ਦੇ ਸ਼ਹਿਰਾਂ ਦੇ ਵਿੱਚ ਨਹੀਂ ਹੋਈ ਹੈਗੀ। ਤੇ ਹੁਣ ਸਡਨਲੀ ਇਹ ਜਿਹੜਾ ਹੈਗਾ ਕਿ ਇਹ ਜਿਹੜਾ ਮੈਚ ਦਾ ਕਰਕੇ ਇਹ ਗੜਬੜ ਹੋਈ ਹੈਗੀ ਆ, ਇਹ ਸਡਨਲੀ ਕਿਉਂ ਹੋਇਆ ਹੈਗਾ। ਲੇਕਿਨ ਪੁਲਿਸ ਤੋਂ ਵੀ ਇਹ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਅਸਲੀ ਮੁੱਦਾ ਜਿਹੜਾ ਆ ਇਹ ਜਿਹੜੀ ਗੜਬੜ ਹੋਈ ਹੈਗੀ ਆ ਜਾਂ ਹਜੇ ਵੀ ਜਾਰੀ ਹੈਗੀ ਆ ਕਿ ਇਹਦੇ ਪਿੱਛੇ ਕਿ ਕਿਹਦੀ ਸ਼ਰਾਰਤ ਆ ਜਾਂ ਇਹਦੇ ਕਾਰਨ ਕੀ ਹੈਗੇ ਆ, ਉਹ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਹੈਗਾ, ਮੀਡੀਆ ਦੇ ਵਿੱਚ ਨਹੀਂ ਆਇਆ ਹੈਗਾ। ਤੇ ਪੁਲਿਸ ਨੇ ਇਹ ਵੀ ਕਿਹਾ ਹੈਗਾ ਕਿ ਜਿਹੜਾ ਲੋਕ ਮਾਧਿਅਮ ਹੈਗਾ ਜਿਸ ਤਰ੍ਹਾਂ WhatsApp ਹੈਗਾ ਜਾਂ Facebook ਹੈਗਾ ਜਾਂ Twitter ਹੈਗਾ, ਹਾਂਜੀ, ਉਹਨਾਂ ਦੇ ਉੱਤੇ ਕਈ ਲੋਕਾਂ ਨੇ ਭੜਕਾਊ ਬਿਆਨ ਦਿੱਤੇ। ਉਹਦੇ ਵਿੱਚ ਉਹਨਾਂ ਨੇ ਕਈ ਸਟੋਰੀਆਂ ਵੀ ਇਹ ਪ੍ਰਮੋਟ ਕੀਤੀਆਂ ਕਿ ਬਈ ਕਿਸੇ ਛੋਟੀ ਲੜਕੀ ਨੂੰ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਕ ਕਮਿਊਨਿਟੀ ਦਾ ਇਲਜ਼ਾਮ ਦੂਸਰੀ ਕਮਿਊਨਿਟੀ ਤੇ ਲਾਇਆ ਜਾ ਰਿਹਾ। ਉਹ ਤੋਂ ਬਾਅਦ ਪੁਲਿਸ ਨੇ ਉਹਦਾ ਜਿਹੜੀ ਇਨਵੈਸਟੀਗੇਸ਼ਨ ਕੀਤੀ, ਉਹਨਾਂ ਨੇ ਕਿਹਾ ਬਿਲਕੁਲ ਇਹ ਗੱਲ ਗਲਤ ਹੈਗੀ ਆ, ਕੋਈ ਵੀ ਅਟੈਂਪਟ ਨਹੀਂ ਕੀਤਾ ਗਿਆ ਕਿਸੇ ਨੂੰ ਵੀ ਅਗਵਾ ਕਰਨ ਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਕਿੱਥੋਂ ਆਉਂਦੀਆਂ, ਉਹਨਾਂ ਦੇ ਪਿੱਛੇ ਮਕਸਦ ਕੀ ਆ, ਕਿ ਸੱਚਮੁੱਚ ਹੀ ਕੋਈ ਬਾਹਰਲੇ ਲੋਕ ਬਾਹਰਲੇ ਲੋਕ ਪਤਾ ਨਹੀਂ ਬਾਹਰਲੇ ਸ਼ਬਦ ਦਾ ਇਹ ਤੇ ਕੀ ਮਤਲਬ ਨਿਕਲਦਾ ਹੈਗਾ ਕਿ ਬਈ ਉਹ ਬਾਹਰਲੇ ਮੁਲਕਾਂ ਤੋਂ ਤਾਂ ਆਏ ਨਹੀਂ ਹੈਗੇ, ਕਿ ਜੇ ਉਹ ਬਰਮਿੰਘਮ ਤੋਂ ਆਏ ਹੈਗੇ ਜਾਂ ਲੰਡਨ ਤੋਂ, ਉਹ ਲੋਕ ਕੌਣ ਹੈਗੇ ਆ ਜਿਨ੍ਹਾਂ ਨੂੰ ਇਹ ਬਾਹਰਲੇ ਕਹਿ ਰਹੇ ਹੈਗੇ ਆ। ਤੇ ਬਾਕੀ ਜਿਹੜੀ ਆ ਉੱਥੇ ਦੀ ਜਿਹੜੀ ਕਮਿਊਨਿਟੀ ਦੇ ਲੀਡਰ ਹੈਗੇ ਲੈਸਟਰ ਦੇ, ਉਹਨਾਂ ਨੇ ਵੀ ਪੂਰਾ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ ਕਿ ਉਹ ਜ਼ਰੂਰ ਅਪੀਲ ਕਰਦੇ ਹੈਗੇ ਆ ਕਿ ਜੀ ਅਸੀਂ ਤਾਂ ਇੱਥੇ ਦਹਾਕਿਆਂ ਤੋਂ ਆਪਸ ਵਿੱਚ ਹੀ ਮਿਲਵਰਤਨ ਦੇ ਨਾਲ ਰਹਿ ਰਹੇ ਹੈਗੇ ਆ, ਲੇਕਿਨ ਉਹਨਾਂ ਨੇ ਵੀ ਇਹਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਦੇ ਪਿੱਛੇ ਕਾਰਨ ਕੀ ਹੈਗੇ ਆ। ਸੋ ਜਿੰਨਾ ਚਿਰ ਉਹ ਨਹੀਂ ਪਤਾ ਲੱਗਦਾ ਆਪਾਂ ਬਹੁਤਾ ਕੁਝ ਨਹੀਂ ਕਹਿ ਸਕਦੇ ਕਿ ਜੋ ਮੀਡੀਆ ਦੇ ਵਿੱਚ, ਜੋ ਅਖਬਾਰਾਂ ਦੇ ਵਿੱਚ, ਟੀਵੀ ਤੇ ਆਪਾਂ ਸੁਣਦੇ ਹੈਗੇ ਆ, ਉਹਦੇ ਤੋਂ ਤੁਸੀਂ ਪੂਰੇ ਦਾ ਪੂਰਾ ਫੈਸਲਾ ਨਹੀਂ ਲੈ ਸਕਦੇ ਕਿ ਬਈ ਇਸ ਚੀਜ਼ ਦਾ ਕਾਰਨ ਹੈਗਾ ਆ। ਸੋ ਜਿੰਨਾ ਚਿਰ ਉਹ ਪੁਲਿਸ ਜਾਂ ਉੱਥੇ ਦੇ ਕਮਿਊਨਿਟੀ ਲੀਡਰ ਉਹਨੂੰ ਕਲੈਰੀਫਾਈ ਨਹੀਂ ਕਰਦੇ ਵੀ ਇਹਦੇ ਪਿੱਛੇ ਕਾਰਨ ਕੀ ਹੈਗੇ ਆ, ਉਹਨਾਂ ਚਿਰ ਇਹ ਪਤਾ ਨਹੀਂ ਲੱਗ ਸਕਦਾ ਕਿ ਸੱਚਮੁੱਚ ਜਿਹੜੀ ਸਮੱਸਿਆ ਹੈਗੀ ਆ ਉਹਦਾ ਐਕਚੁਅਲ ਮੁੱਦਾ ਕੀ ਹੈਗਾ। ਹਾਂਜੀ, ਵੈਸੇ ਬਲਦੇਵ ਜੀ, ਜਦੋਂ ਦੇਖਿਆ ਜਾਵੇ ਤੁਹਾਨੂੰ ਯਾਦ ਹੋਣਾ ਕਿ ਇੱਥੇ ਵੀ ਫੁੱਟਬਾਲ ਦੇ ਜਿਹੜੇ ਮੈਚਿਸ ਸੀ, ਹੂਲੀਗਨਿਜ਼ਮ ਜਿਹੜਾ ਸੀਗਾ, ਜਿਹੜੇ ਲੋਕ ਟਰਬਲ ਮੇਕਰ ਸੀ, ਖਾਸ ਕਰਕੇ ਉਹਨਾਂ ਨੂੰ ਉਹ ਫੁੱਟਬਾਲਾਂ ਦੇ ਮੈਚਾਂ ਤੋਂ ਬੈਨ ਵੀ ਕਰ ਦਿੱਤਾ, ਕਈਆਂ ਨੂੰ ਤਾਂ ਲਾਈਫ ਲਈ ਬੈਨ ਕਰ ਦਿੱਤਾ ਸੀ। ਉਹ ਜਿਹੜਾ ਮਤਲਬ ਇਹੋ ਜਿਹਾ ਸੀਗਾ, ਰੌਲਾ ਪਾਉਣ ਵਾਲੇ ਲੋਕ ਜਿਹੜੇ ਛਿਦਰੀ ਲੋਕ ਸੀਗੇ, ਉਹਨਾਂ ਨੂੰ ਬਾਹਰ ਕੱਢਣ ਦੇ ਲਈ ਇਹਨਾਂ ਨੇ ਉਹਨੂੰ ਕੰਟਰੋਲ ਕੀਤਾ ਹੈਗਾ। ਹੋ ਸਕਦਾ ਇਹੋ ਜਿਹੀ ਗੱਲ, ਵੈਸੇ ਜੇ ਦੇਖਿਆ ਜਾਵੇ, ਮੈਂ ਆਈ ਡੋਂਟ ਨੋ ਅਬਾਊਟ ਯੂ, ਮੈਂ ਕ੍ਰਿਕਟ ਦੇ ਮੈਚ ਪਾਕਿਸਤਾਨ ਤੇ ਇੰਡੀਆ ਦੇ ਇੱਥੇ ਬਰਮਿੰਘਮ ਦੇ ਐਜਬੈਸਟਨ ਗਰਾਊਂਡ ਦੇ ਵਿੱਚ ਕਈ ਵਾਰੀ ਦੇਖਿਆ ਗਿਆ। ਉੱਥੇ ਮਾਹੌਲ ਇਹੋ ਜਿਹਾ ਨਹੀਂ ਹੈ। ਦੇਖੋ, ਰਾਈਵਲਰੀ ਜਾਂ ਵੀ ਇਹਨੂੰ ਆਹ ਕਰਨਾ ਚਾਹੀਦਾ ਸੀ, ਉਹਨੂੰ ਤੁਹਾਨੂੰ ਬਾਹਰਲੇ ਬੰਦੇ ਤੁਹਾਨੂੰ ਪਤਾ ਵੀ ਜ਼ੋਰ ਬਾਹਰਲੇ ਦਾ ਜ਼ਿਆਦਾ ਲੱਗਦਾ ਹੁੰਦਾ। ਸੋ ਉਹ ਚੀਜ਼ਾਂ ਦੇ ਨਾਲ ਉੱਥੇ ਕੋਈ ਇਹੋ ਜਿਹਾ ਖਤਰਾ ਨਹੀਂ ਹੋਇਆ। ਤੇ ਲੱਗਦਾ ਇਹ ਹੈਗਾ ਵੀ ਇਹ ਚੀਜ਼ ਨੂੰ ਕਿਤੇ ਉਹ ਰੰਗ ਤਾਂ ਨਹੀਂ ਦਿੱਤਾ ਜਾ ਰਿਹਾ ਹੈ, ਜਿੱਦਾਂ ਮੈਂ ਫੁੱਟਬਾਲ ਦੀ ਗੱਲ ਕੀਤੀ ਵੀ ਹੂਲੀਗਨਿਜ਼ਮ, ਜਿਹੜੇ ਕੋਈ ਇਹੋ ਜਿਹੇ ਸ਼ਰਾਰਤੀ ਲੋਕ, ਜਿਹੜੇ ਛਿਦਰੀ ਲੋਕ ਹੈਗੇ ਆ, ਉਹ ਇਸ ਨੂੰ ਫਲੇਅਰ ਅਪ ਕਰਕੇ ਮਤਲਬ ਕੁਝ ਨਾ ਕੁਝ ਵਿੱਚੋਂ ਕੱਢਣਾ ਪਾਉਣਾ ਕੀ ਆ ਰੱਬ ਜਾਣਦਾ ਹੈਗਾ। ਤੇ ਇਹਦੇ ਤੇ ਤਾਂ ਅਸੀਂ ਆਪਣੇ ਵੱਲੋਂ ਤੇ ਇਹੀ ਕਰਾਂਗੇ ਵੀ ਜਿਹੜੀ ਵੀ ਕਮਿਊਨਿਟੀ ਹੈਗੀ, ਚਾਹੇ ਉਹ ਮੁਸਲਿਮ ਕਮਿਊਨਿਟੀ ਹੈਗੀ ਆ, ਚਾਹੇ ਸਿੱਖ ਕਮਿਊਨਿਟੀ, ਚਾਹੇ ਹਿੰਦੂ ਕਮਿਊਨਿਟੀ, ਕੋਈ ਵੀ ਹੈਗੀ ਆ, ਉਹ ਆਪਣੇ ਆਪ ਨੂੰ ਕੰਟਰੋਲ ਕਰਕੇ ਇਸ ਚੀਜ਼ ਨੂੰ ਸਹੀ ਰੱਖਣ। ਤੇ ਚਲੋ ਇਹਦੇ ਤੇ ਵੈਰੀ ਬਰੀਫਲੀ ਆਪਣੇ ਕੋਲ 3 ਮਿੰਟ ਰਹਿ ਗਏ ਆ। ਤੇ ਜਿਹੜੀ ਇਟਾਲੀਆ ਦੀ ਇਸ ਵੇਲੇ ਇਲੈਕਸ਼ਨ ਹੋ ਕੇ ਹਟੀ ਹੈ ਬਲਦੇਵ ਜੀ, ਉਹ ਕਹਿ ਰਹੇ ਹੈਗੇ ਇਟਾਲੀਅਨ ਫਾਰ ਰਾਈਟ ਸੈਟ ਟੂ ਗੈਟ ਪਾਵਰ, ਤੇ ਉਹਦੇ ਤੇ ਉੱਥੇ ਪਹਿਲੀ ਔਰਤ ਪ੍ਰਾਈਮ ਮਿਨਿਸਟਰ ਬਣਨੀ ਜਾ ਰਹੀ ਹੈਗੀ ਆ। ਤੇ ਇਹੋ ਜਿਹੀਆਂ ਚੀਜ਼ਾਂ ਉੱਥੋਂ ਲੈ ਕੇ ਵੀ ਕੀ ਇਹ ਜਿਹੜਾ ਰਾਈਟ ਵਿੰਗ ਹੈਗਾ, ਉਹਨੇ ਇਹ ਵੀ ਕਿਹਾ ਹੈਗਾ ਵੀ ਮੈਂ ਜੀ ਇਮੀਗ੍ਰੇਸ਼ਨ ਕੰਟਰੋਲ ਕਰਨਾ, ਮੈਂ ਆਹ ਕੰਟਰੋਲ ਕਰਨਾ, ਉਹ ਕੁਛ ਜਿੱਦਾਂ ਵੀ ਉਹ ਕਹਿੰਦੇ ਹੈਗੇ ਆ। ਇਹ ਹਲੇ ਤਾਜ਼ਾ ਹੀ ਖਬਰ ਕੱਲ ਦੀ ਆਪਣੇ ਆਈ, ਜਦੋਂ ਇਲੈਕਸ਼ਨ ਦਾ ਰਿਜ਼ਲਟ ਜਿਹੜਾ ਡਿਕਲੇਅਰ ਹੋਇਆ ਹੈਗਾ। ਇਹਦੇ ਤੇ ਤੁਸੀਂ 1-2 ਮਿੰਟ ਵਿੱਚ ਕੀ ਕਹਿਣਾ ਚਾਹੋਗੇ? ਸਰਦੂਲ ਜੀ, ਬਹੁਤ ਇੰਟਰਸਟਿੰਗ ਹੈਗਾ ਕਿ ਭਈ ਇਹ ਇਟਲੀ ਦੇ ਵਿੱਚ ਜਿਹੜੀ ਹੁਣ ਸਰਕਾਰ ਆਈ ਹੈਗੀ ਆ ਨਵੀਂ, ਕਿ ਉਹਦੇ ਵਿੱਚ ਦੇਖੋ ਉਹਦੇ ਜਿਹੜੇ ਭਾਈਵਾਲ ਹੈਗੇ ਆ ਇਸ ਸਰਕਾਰ ਦੇ, ਉਹ ਵੀ ਪਹਿਲਾਂ ਉੱਥੋਂ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹੈਗੇ ਆ। ਉਹਨਾਂ ਨੇ ਆਪਣੀ ਜਿਹੜੀ ਆ ਸਹਿਮਤੀ ਰੂਸ ਦੇ ਨਾਲ ਜਿਹੜੀ ਜੰਗ ਹੋ ਰਹੀ ਯੂਕਰੇਨ ਦੀ,
ਉਹਨਾਂ ਨੇ ਉਸਨੇ ਇਹ ਕਿਹਾ ਕਿ ਬਈ ਰੂਸ ਨੂੰ ਮਜਬੂਰ ਹੋ ਕੇ ਉਹ ਜਿਹੜੀ ਜੰਗ ਆ ਯੂਕਰੇਨ ਦੇ ਵਿੱਚ ਛੇੜਨੀ ਪਈ ਹੈਗੀ ਆ। ਤੇ ਦੇਖੋ, ਇੱਕ ਨੇਟੋ ਦਾ ਮੈਂਬਰ ਹੁੰਦਾ ਹੋਇਆ, ਯੂਰਪੀਅਨ ਯੂਨੀਅਨ ਦਾ ਮੈਂਬਰ ਹੁੰਦਾ ਹੋਇਆ ਇਟਲੀ ਦੇਸ਼, ਉਹਨਾਂ ਦਾ ਪ੍ਰਧਾਨ ਮੰਤਰੀ ਜਾਂ ਉਹ ਜਿਹੜੀ ਹੁਣ ਸਰਕਾਰ ਬਣਨ ਜਾ ਰਹੀ ਆ, ਉਹ ਦੂਜਿਆਂ ਨਾਲੋਂ ਬਿਲਕੁਲ ਅਲੱਗ ਜਿਹੜੇ ਬਿਆਨ ਦੇ ਰਿਹਾ ਹੋਵੇ, ਤਾਂ ਉਹਦੇ ਤੋਂ ਇਹੀ ਲੱਗਦਾ ਹੈਗਾ ਕਿ ਬਈ ਜਦੋਂ ਇਹ ਸਰਕਾਰ ਐਨ ਚੰਗੀ ਤਰ੍ਹਾਂ ਬਣ ਜਾਂਦੀ ਹੈ ਇਟਲੀ ਦੇ ਵਿੱਚ, ਤੇ ਇਹਦਾ ਰਵੱਈਆ ਯੂਕਰੇਨ ਦੀ ਲੜਾਈ ਦੇ ਵਿੱਚ ਕੀ ਹੋਏਗਾ, ਇਹਦਾ ਰਵੱਈਆ ਜਿਹੜੀ ਆ ਯੂਰਪੀਅਨ ਯੂਨੀਅਨ ਦੀ ਯੂਨਿਟੀ ਦੇ ਵਿੱਚ ਕੀ ਹੋਏਗਾ। ਕਿ ਜਿਹੜੀ ਤੁਹਾਨੂੰ ਪਤਾ ਹੀ ਆ ਕਿ ਰੂਸ ਤੋਂ ਜਿਹੜੀ ਗੈਸ ਆਉਂਦੀ ਸੀ, ਉਹ ਇਟਲੀ ਦੇ ਵਿੱਚ ਵੀ ਬਹੁਤ ਆਉਂਦੀ ਸੀ। ਉਹ ਜਿਹੜੀ ਗੈਸ ਆ ਉਹ ਉਹਨਾਂ ਨੇ ਬੰਦ ਕੀਤੀ ਹੈਗੀ ਆ। ਉਹਦਾ ਅਸਰ ਜਿਹੜਾ ਆ ਇਟਲੀ ਦੇ ਲੋਕਾਂ ਤੇ ਵੀ ਬਹੁਤ ਹੋਇਆ ਹੈਗਾ ਕਿ ਇਹ ਜਿਹੜੀ ਨਵੀਂ ਇਟਲੀ ਦੀ ਸਰਕਾਰ ਆ, ਉਹ ਆਪਣੇ ਤੌਰ ਤੇ ਰੂਸੀਆਂ ਦੇ ਨਾਲ ਸਮਝੌਤਾ ਕਰ ਲਊਗੀ ਕਿ ਬਈ ਅਸੀਂ ਤੁਹਾਡੇ ਨਾਲ ਹੈਗੇ ਆ, ਸਾਨੂੰ ਜਿਹੜੀ ਗੈਸ ਆ ਉਹ ਤੁਸੀਂ ਸਪਲਾਈ ਕਰਨੀ ਸ਼ੁਰੂ ਕਰ ਦਿਓ। ਸੋ ਅਗਲੇ ਕੁਝ ਹਫ਼ਤਿਆਂ ਤੱਕ ਸਭ ਕੁਝ ਪਤਾ ਲੱਗ ਜਾਏਗਾ ਕਿ ਇਹ ਜਿਸ ਨੂੰ ਕਿ ਰਾਈਟ ਵਿੰਗ ਸਰਕਾਰ ਕਹਿੰਦੇ ਹੈਗੇ ਨਵੀਂ ਇਟਲੀ ਦੀ, ਇਹਦਾ ਰਵੱਈਆ ਨੇਟੋ ਦੇ ਮੈਂਬਰ ਹੁੰਦੇ ਹੋਏ, ਯੂਰਪੀਅਨ ਯੂਨੀਅਨ ਦੇ ਮੈਂਬਰ ਹੁੰਦੇ ਹੋਏ, ਔਰ ਇਹਨਾਂ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਦੀ ਪਿਊਟਨ ਦੇ ਨਾਲ ਦੋਸਤੀ ਦੇ ਮੱਦੇਨਜ਼ਰ ਇਹਨਾਂ ਦਾ ਰਵੱਈਆ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਹੋਏਗਾ। ਇਹ ਤਾਂ ਆਪਾਂ ਇੰਤਜ਼ਾਰ ਕਰਨਾ ਪਊਗਾ, ਦੇਖਦੇ ਹਾਂ ਕਿ ਅਗਲੇ 2-3 ਹਫ਼ਤਿਆਂ ਦੇ ਵਿੱਚ ਇਹ ਜਿਹੜੀ ਸਰਕਾਰ ਆ ਕਿੱਧਰ ਨੂੰ ਜਾਂਦੀ ਆ। ਹਾਂਜੀ ਹਾਂਜੀ, ਜਿਹੜੀ ਉੱਥੇ ਵੈਸੇ ਜਿਹੜੀ ਫਾਸ਼ਿਸਟ ਦੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਉਹ ਰਾਈਟ ਵਿੰਗ ਦੀ ਜਿਹੜੀ ਗੱਲ ਉਹਦੇ ਤੇ ਹੈਗਾ ਵੀ ਇਹ ਜਿਹੜੀ ਹੈਗੀ ਮਿਲੋਨੀ ਉਹ ਪ੍ਰਾਈਮ ਮਿਨਿਸਟਰ ਉੱਥੇ ਦੀ ਬਣਨ ਜਾ ਰਹੀ ਹੈਗੀ ਆ। ਤੇ ਇਹ ਠੀਕ ਹੈ ਕਿ ਉਹ ਬਣ ਕੇ ਉਸ ਤੋਂ ਬਾਅਦ ਜਿਹੜੀ ਚੀਜ਼ ਹੈਗੀ ਆ ਇਹ ਕਿੱਧਰ ਨੂੰ ਜਾਂਦੀ ਆ ਇਹਦਾ ਰੁਖ ਦੇਖਾਂਗੇ। ਪਰ ਹਾਲੇ ਤਾਂ ਉਹ ਇਸ ਵੇਲੇ ਪ੍ਰਾਈਮ ਮਿਨਿਸਟਰ ਉੱਥੇ ਦੀ ਬਣੀ ਹੈ। ਬਲਦੇਵ ਜੀ, ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਡਮੁੱਲੇ ਵਿਚਾਰ ਦੇਣ ਦਾ, ਤੇ ਆਪਣੇ ਆਉਣ ਵਾਲੇ ਹਫ਼ਤੇ ਵਿੱਚ ਸ਼ਾਇਦ ਕੁਲਦੀਪ ਜੀ ਹੁਣੀ ਆਪਾਂ ਨੂੰ ਮੁੜ ਕੇ ਸਾਡੇ ਨਾਲ ਸ਼ਾਮਿਲ ਹੋ ਜਾਣਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਕੁਝ ਵੀ ਵਿਚਾਰਾਂ ਹੋਈਆਂ ਹੈਗੀਆਂ, ਜੋ ਕੁਝ ਸਾਡੇ ਕੋਲ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਹੋਈ ਹੈਗੀ ਆ। ਸੋ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਬਲਦੇਵ ਜੀ ਵੱਲੋਂ ਤੇ ਮੇਰੇ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਹਮੇਸ਼ਾ ਟੈਲੀਵਿਜ਼ਨ ਦੇਖਦੇ ਹੋ, ਸਾਡੀਆਂ ਵਿਚਾਰਾਂ ਸੁਣਦੇ ਹੋ, ਸਾਨੂੰ ਦੱਸਦੇ ਵੀ ਹੋ ਵੀ ਹਾਂ ਜੀ ਤੁਸੀਂ ਕਿ ਜਿਹੜੀਆਂ ਵਿਚਾਰ ਜਿਹੜੇ ਚੰਗੇ ਦੇ ਰਹੇ ਆ ਜਾਂ ਮਾੜੇ ਦੇ ਰਹੇ, ਤੁਸੀਂ ਬਹੁਤ ਉਤਸ਼ਾਹ ਸਾਨੂੰ ਕਰਦੇ ਹੋ। ਇਸੇ ਤਰ੍ਹਾਂ ਕਰਦੇ ਰਹੋ, ਸਿੱਖ ਚੈਨਲ ਦੀ ਇਸ ਤਰ੍ਹਾਂ ਸਪੋਰਟ ਕਰਦੇ ਰਹੋ। ਆਉਣ ਵਾਲੇ ਪ੍ਰੋਗਰਾਮ ਲਈ ਸਾਨੂੰ ਦਿਓ ਆਗਿਆ, ਤੇ ਫਿਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਆਓ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।